ਹੁਣ ਸੁਣੋ ਗੱਲ ਤੇ ਗੱਲ ਐਕਸਕਲੂਸਿਵਲੀ ਔਨ ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਕੋਈ ਪਰਸਨ ਇੱਦਾਂ ਦਾ ਹੋਇਆ, ਕੋਈ ਉਹਦੀ ਪਰਸਨਲ ਚੀਜ਼ ਬਾਹਰ ਆ ਗਈ ਚਲੋ ਠੀਕ ਆ, ਨਹੀਂ ਜਿਹੜੀ ਚੀਜ਼ ਨਹੀਂ ਹੋਣੀ ਚਾਹੀਦੀ ਉਹ ਨਹੀਂ ਹੋਣੀ ਚਾਹੀਦੀ ਹੈ ਨਾ, ਪਰ ਆਪਾਂ ਉਹਨੂੰ ਇੰਨਾ ਡਿਸਕਸ ਕਰ ਲੈਂਦੇ ਸੋਸ਼ਲ ਮੀਡੀਆ 'ਤੇ, ਉਹਨੂੰ ਤੁਸੀਂ ਇੰਨਾ ਮਜ਼ਾਕ ਦਾ ਪਾਤਰ ਬਣਾ ਦਿੰਦੇ ਹੋ ਕਿ ਬੰਦਾ ਸੁਸਾਈਡ ਕਰਨ ਤੱਕ ਮਜਬੂਰ ਹੋ ਜਾਂਦਾ ਆ, ਹੈ ਨਾ। ਮੈਨੂੰ ਲੱਗਦਾ ਕਿ ਇਹ ਸਾਰਾ ਕੁਛ ਨਾ ਕਰਨ ਦੀ ਬਜਾਏ ਸਾਨੂੰ ਸੱਚੀ ਉਸ ਚੀਜ਼ 'ਤੇ ਧਿਆਨ ਦੇਣਾ ਚਾਹੀਦਾ ਕਿ ਇਹ ਕਿਉਂ ਹੋਇਆ, ਅਤੇ ਇਹ ਜ਼ਰੂਰੀ ਨਹੀਂ ਕਿ ਕਿਸੇ ਦੇ ਘਰੇ ਹੋਇਆ, ਹੈ ਨਾ, ਇਹ ਕੱਲ੍ਹ ਨੂੰ ਸਾਡੇ ਘਰੇ ਵੀ ਹੋ ਸਕਦਾ। ਉਹੀ ਵੀ ਸੱਭਿਆਚਾਰ ਦਾ ਰੌਲਾ ਪਾਉਣ ਵਾਲੀ ਸਭ ਤੋਂ ਵੱਧ ਸੱਭਿਅਕ ਭਾਸ਼ਾ ਉੱਥੇ ਵਰਤਦੇ ਨੇ, ਹੈ ਨਾ। ਕਿਸੇ ਇੱਕ ਦੇ ਦਿਮਾਗ 'ਚ ਨਹੀਂ ਆਇਆ ਹੋਣਾ ਵੀ ਯਾਰ ਇਹਨੇ ਕਿਉਂ ਮਨਾ ਕੀਤਾ ਹੋਊਗਾ। ਜੇ ਕੁੜੀ ਨੇ ਇਹੋ ਜਿਹੀ ਕੋਈ ਗੱਲ ਕਰਤੀ ਤਾਂ ਲੋਕ ਕਹਿਣਗੇ ਕਿ ਇਹਦਾ ਕਿਸੇ ਹੋਰ ਨਾਲ ਹੋਏਗਾ, ਇਹਨੇ ਮਤਲਬ ਇਹ ਤਾਂ ਵਿਆਹ ਲਈ ਰਾਜੀ ਨਹੀਂ ਹੋਣੀ। ਉਹ ਸਾਡੀ ਸੂਈ ਹਮੇਸ਼ਾ ਕਿਸੇ ਹੋਰ ਨਾਲ ਹੋਏਗਾ ਤੇ ਟਿਕ ਜਾਂਦੀ ਹੈ। ਨੈਗੇਟਿਵ ਪਾਸੇ ਸਾਡੀ ਜ਼ਿਆਦਾ ਜਾਂਦੀ ਆ, ਪਰ ਆਪਾਂ ਕਿਸੇ ਦੀ ਮਾਨਸਿਕ ਸਿਹਤ ਨੂੰ ਜਾਂ ਉਹਦੀ ਸਿਚੁਏਸ਼ਨ ਕੀ ਹੋਊਗੀ ਜਾਂ ਉਹਦੀ ਹਿਸਟਰੀ ਬੈਕਗਰਾਉਂਡ ਕੀ ਹੋਊਗੀ, ਕਦੇ ਉਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ, ਹੈ ਨਾ। ਜਿਹੜੀ ਚੀਜ਼ 'ਚ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਸੱਚ ਬੋਲੇ ਜਾਣੇ ਚਾਹੀਦੇ ਨੇ, ਉਹਨੂੰ ਹੀ ਬਣਾਉਣ ਵੇਲੇ ਸਭ ਤੋਂ ਜ਼ਿਆਦਾ ਝੂਠ ਬੋਲੇ ਜਾਂਦੇ, ਹੈ ਨਾ। ਜੇ ਕੋਈ ਮੁੰਡਾ ਵਿਆਹ ਵਾਲੀ ਉਮਰ 'ਚ ਆ ਕੇ ਮਨਾ ਕਰਦਾ ਵੀ ਮੈਂ ਵਿਆਹ ਨਹੀਂ ਕਰਾਉਣਾ ਹੈਗਾ, ਲੈ ਰਿਸ਼ਤੇਦਾਰਾਂ ਤੋਂ, ਦੋਸਤ ਮਿੱਤਰਾਂ ਤੋਂ, ਘਰਦਿਆਂ ਤੋਂ, ਚਾਚੇ ਤਾਏ, ਆਪਾਂ ਸਾਰੇ ਉਹਨੂੰ ਇਸ ਗੱਲ 'ਤੇ ਮਨਾਉਣ 'ਤੇ ਲੱਗ ਜਾਂਦੇ, ਦਬਾਅ ਪਾਉਣ ਲੱਗ ਜਾਂਦੇ ਆ ਵੀ ਇਹਨੂੰ ਸਮਝਾਓ, ਇਹਦਾ ਦਿਮਾਗ ਖਰਾਬ ਹੋ ਗਿਆ, ਹੈ ਨਾ। ਵਿਆਹ ਕਰਾਏ ਬਿਨਾਂ ਕਿਹਦਾ ਸਰਿਆ ਅੱਜ ਤੱਕ, ਹੈ ਨਾ। ਕੋਈ ਵੀ ਬੰਦਾ ਇਹੋ ਜਿਹਾ ਨਹੀਂ ਹੁੰਦਾ ਜੇ ਉਹ ਉਸ ਪਰਿਵਾਰ ਨੂੰ ਜਾਣਦਾ ਤਾਂ ਉਹਨੂੰ ਪਤਾ ਨਾ ਹੋਵੇ ਕਿ ਇੱਥੇ ਮਤਲਬ ਨਿਆਣੇ ਦਾ, ਮੁੰਡੇ ਜਾਂ ਕੁੜੀ ਦਾ ਸੁਭਾਅ ਕਿਹੋ ਜਿਹਾ, ਹੈ ਨਾ। ਕਈ ਵਾਰ ਅਸੀਂ ਆਪਣੀ ਟੌਰ ਬਣਾਉਣ ਦੇ ਚੱਕਰ 'ਚ ਹੀ ਦੋ ਬੇਮੇਲ ਜੋੜ ਨੇ ਜਿਹੜੇ ਉਹ ਜੋੜ ਦਿੰਦੇ ਆ, ਪਰ ਕਦੇ ਆਪਾਂ ਇਹ ਨਹੀਂ ਸੋਚਣ ਦੀ ਕੋਸ਼ਿਸ਼ ਕਰਦੇ ਵੀ ਕੋਈ ਇਹੋ ਜਿਹੀ ਗੱਲ ਤਾਂ ਨਹੀਂ ਹੈਗੀ ਵੀ ਜਿਹੜਾ ਸਾਡਾ ਬੱਚਾ ਸਾਨੂੰ ਕਹਿ ਨਹੀਂ ਪਾ ਰਿਹਾ, ਦੱਸ ਨਹੀਂ ਪਾ ਰਿਹਾ, ਜਾਂ ਬਚਪਨ ਤੋਂ ਅਸੀਂ ਉਹਨੂੰ ਅਣਗੌਲਿਆਂ ਕਰਦੇ ਆਏ ਆ, ਹੈ ਨਾ। ਪਰ ਆਪਣੀ ਸੁਸਾਇਟੀ ਦੇ ਵਿੱਚ ਲੱਖਾਂ ਇੱਦਾਂ ਦੇ ਕੇਸ ਨੇਗੇ ਕਿ ਜਿੱਥੇ ਵਿਆਹ ਸਿਰਫ ਮਜਬੂਰੀ ਦੇ ਵਿੱਚ ਹੋਏ ਨੇ ਅਤੇ ਵਿਆਹ ਬਾਅਦ 'ਚੋਂ ਮਜਬੂਰੀ ਦੇ ਵਿੱਚ ਹੀ ਨਿਭੇ ਨੇ, ਅਤੇ ਜੇ ਉਹ ਮਜਬੂਰੀ ਮਤਲਬ ਬੰਦੇ ਨੇ ਆਪਣਾ ਆਪ ਨਹੀਂ ਛੱਡਿਆ ਹੈਗਾ ਤਾਂ ਉਹ ਵਿਆਹ ਫਿਰ ਟੁੱਟੇ ਵੀ ਨੇ, ਹੈ ਨਾ। ਸਹੀ ਗੱਲ ਹੈ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਗੱਲ ਤੇ ਗੱਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਰੁਪਿੰਦਰ ਕੌਰ ਸੰਧੂ। 10 ਦਸੰਬਰ ਨੂੰ ਯੂਪੀ ਦੇ ਹਰਦੋਈ ਜ਼ਿਲ੍ਹੇ 'ਚ ਇੱਕ ਪੰਜਾਬੀ ਪਰਿਵਾਰ ਦੇ ਮੁੰਡਾ ਅਤੇ ਕੁੜੀ ਦਾ ਵਿਆਹ ਹੋਇਆ, ਅਤੇ ਉਸ ਵਿਆਹ 'ਚ ਲਾੜੇ ਵੱਲੋਂ ਕੁੜੀ ਦਾ ਹੱਥ ਫੜੇ ਜਾਣ 'ਤੇ ਕੁੜੀ ਨੇ ਨਾਰਾਜ਼ਗੀ ਜਤਾਈ ਅਤੇ ਵਿਆਹ ਟੁੱਟ ਗਿਆ। ਇਸ ਮੁੱਦੇ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਚੰਗਾ ਮਾੜਾ ਲਿਖਿਆ, ਅਤੇ ਖਾਸ ਕਰਕੇ ਕੁੜੀ ਲਈ ਬਹੁਤ ਕੁਝ ਸੀ ਜਿਹੜਾ ਉਹ ਨੈਗੇਟਿਵ ਲਿਖਿਆ ਗਿਆ। ਆਪਾਂ ਹਮੇਸ਼ਾ ਕਹਿੰਦੇ ਹੁੰਦੇ ਹਾਂ ਕਿ ਅੱਜ ਕੱਲ੍ਹ ਵਿਆਹ ਕਰਨ ਦੇ ਤਰੀਕੇ ਬਦਲ ਗਏ ਨੇ। ਪ੍ਰੀ ਵੈਡਿੰਗ ਸ਼ੂਟ ਆ ਜਿਹੜਾ ਉਹ ਹਰ ਕੋਈ ਕਰਵਾ ਰਿਹਾ, ਪਰ ਜਦੋਂ ਆਪਾਂ ਕਈ ਲੋਕਾਂ ਨਾਲ ਗੱਲਾਂ ਕਰਦੇ ਹਾਂ ਤਾਂ ਬਹੁਤ ਸਾਰੇ ਲੋਕ ਇਹ ਕਹਿੰਦੇ ਹੁੰਦੇ ਆ ਕਿ ਪ੍ਰੀ ਵੈਡਿੰਗ ਸ਼ੂਟ ਦੀ ਬਜਾਏ ਪ੍ਰੀ ਵੈਡਿੰਗ ਕਾਉਂਸਲਿੰਗ ਹੋਣੀ ਚਾਹੀਦੀ ਹੈ ਕੁੜੀ ਅਤੇ ਮੁੰਡੇ ਦੀ। ਅੱਜ ਇਸੇ ਵਿਸ਼ੇ 'ਤੇ ਮੈਂ ਅਤੇ ਗੁਰਦੀਪ ਗੱਲ ਕਰ ਰਹੇ ਸੀ, ਤਾਂ ਗੁਰਦੀਪ ਦਾ ਕਹਿਣਾ ਸੀ ਕਿ ਕੁੜੀ ਅਤੇ ਮੁੰਡੇ ਦੀ ਨਹੀਂ ਬਲਕਿ ਦੋਵਾਂ ਪਰਿਵਾਰਾਂ ਦੀ ਵੀ ਕਾਉਂਸਲਿੰਗ ਹੋਣੀ ਚਾਹੀਦੀ ਆ। ਇਸੇ ਵਿਸ਼ੇ 'ਤੇ ਅਸੀਂ ਗੱਲਬਾਤ ਕਰਾਂਗੇ ਅਤੇ ਉਹਦੇ ਲਈ ਆਪਾਂ ਗੁਰਦੀਪ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਗੁਰਦੀਪ। ਸਤਿ ਸ਼੍ਰੀ ਅਕਾਲ ਭੈਣੀ, ਕੀ ਹਾਲ ਆ? ਵਧੀਆ, ਠੀਕ ਠਾਕ ਹੋ? ਵਧੀਆ। ਆਪਾਂ 2 ਘੰਟੇ ਗੱਲਾਂ ਮਾਰ ਕੇ ਉਸ ਤੋਂ ਬਾਅਦ ਪੁੱਛ ਲੈਂਦੇ ਠੀਕ ਹਾਂ ਸਹੀ ਹੈ। ਮੈਂ ਇਸ ਕਰਕੇ ਪਰਿਵਾਰ ਦੀ ਕਾਉਂਸਲਿੰਗ ਕਹੀ ਸੀ ਕਿਉਂਕਿ ਕੱਲ੍ਹ ਹੀ ਕਿਸੇ ਦੇ ਨਾਲ ਬੈਠੇ ਸੀ, ਗੱਲਬਾਤ ਕਰ ਰਹੇ ਸੀਗੇ। ਕਹਿੰਦੇ ਕਈ ਵਾਰੀ ਨਾ ਪਰਿਵਾਰ 'ਚ ਸੱਸ ਅਤੇ ਨੂੰਹ ਦਾ ਇੰਨੀ ਗੱਲੋਂ ਵੀ ਝਗੜਾ ਹੋ ਜਾਂਦਾ ਵੀ ਸੱਸ ਨੇ ਕਦੇ ਪੂਰੀ ਜ਼ਿੰਦਗੀ 'ਚ ਨਾਈਟ ਸੂਟ ਨਹੀਂ ਪਾਇਆ ਹੁੰਦਾ। ਚਲੋ ਇਹ ਤਾਂ ਸਾਰਿਆਂ ਦੀ ਆਪਣੀ ਆਪਣੀ ਇੱਛਾ ਵਾ ਪਾਉਣਾ ਜਾਂ ਨਹੀਂ ਪਾਉਣਾ, ਅਤੇ ਕਹਿੰਦੇ ਜਦੋਂ ਫਿਰ ਨੂੰਹ ਕਈ ਵਾਰੀ ਮਤਲਬ ਹੁੰਦਾ ਹੈ ਕਿ ਉਹ ਨਾਈਟ ਸੂਟ ਪਾਉਂਦੀ ਆ ਤਾਂ ਉਹ ਦੋਵੇਂ ਇਸ ਗੱਲ 'ਤੇ ਵੀ ਲੜ ਪੈਂਦੀਆਂ। ਸੱਸ ਕਹਿੰਦੀ ਆ ਵੀ ਇਹ ਕੱਪੜੇ ਬਦਲੀ ਜਾਂਦੀ ਆ। ਹਾਂ ਸਹੀ ਗੱਲ ਹੈ, ਇਹ ਹੁੰਦਾ, ਮੈਂ ਖੁਦ ਦੇਖਿਆ ਬਹੁਤ ਜਗ੍ਹਾ 'ਤੇ। ਅਤੇ ਇਹ ਤਾਂ ਬਹੁਤ ਛੋਟੀ ਜਿਹੀ ਗੱਲ ਆ ਗੁਰਦੀਪ ਕਿ ਨਾਈਟ ਸੂਟ ਪਾਉਣੀ। ਮੈਨੂੰ ਲੱਗਦਾ ਕਿ ਕਈ ਵਾਰੀ ਨਾ ਪਰਿਵਾਰ ਜਿਹੜੀਆਂ ਚੀਜ਼ਾਂ ਤੁਹਾਡੇ ਕਈ ਮਤਲਬ ਸਾਲਾਂ ਤੋਂ ਨਹੀਂ ਹੋ ਰਹੀਆਂ ਹੁੰਦੀਆਂ ਘਰ 'ਚ, ਅਤੇ ਨਵਾਂ ਬੰਦਾ ਆ ਕੇ ਉਹਨਾਂ ਨੂੰ ਕਰਨਾ ਸ਼ੁਰੂ ਕਰ ਦਿੰਦਾ, ਤਾਂ ਉਹ ਇਹ ਵੀ ਕਹਿਣਗੇ ਕਿ ਇਹ ਚੀਜ਼ਾਂ ਦੇ ਸਾਡੇ ਘਰਾਂ 'ਚ ਰਿਵਾਜ਼ ਨਹੀਂ ਹੈਗੇ, ਮਤਲਬ, ਹੈ ਨਾ। ਅਤੇ ਕੱਪੜਾ ਪਹਿਰਾਵਾ ਇਹ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਕਿ ਜੇ ਤੁਸੀਂ ਉਸ ਘਰ 'ਚ ਆ ਕੇ ਜਿੱਥੇ ਮਤਲਬ ਲੋਕਾਂ ਨੇ ਖਾਸ ਕਰਕੇ ਜਨਾਨੀਆਂ ਨੇ, ਹੈ ਨਾ, ਸਿਰਫ ਪੰਜਾਬੀ ਪਹਿਰਾਵਾ ਪਾਇਆ ਹੁੰਦਾ, ਅਤੇ ਉੱਥੇ ਥੋੜ੍ਹਾ ਜਿਹਾ ਕੁੜੀਆਂ ਜੇ ਮਾਡਰਨ ਹੋਣ ਦੀ ਕੋਸ਼ਿਸ਼ ਕਰਦੀਆਂ ਨੇ ਤਾਂ ਸਮੱਸਿਆਵਾਂ ਹੁੰਦੀਆਂ ਨੇ। ਬਲਕਿ ਕਈ ਪਰਿਵਾਰਾਂ 'ਚ ਤਾਂ ਮਤਲਬ ਦਾਲ ਸਬਜ਼ੀਆਂ 'ਤੇ ਵੀ ਹੋ ਜਾਂਦੀਆਂ ਨੇ ਕਿ ਆਹ ਸਾਡੇ ਘਰ 'ਚ ਨਹੀਂ ਬਣਦਾ, ਇਹ ਸਾਡੇ ਘਰਾਂ 'ਚ ਖਾਧਾ ਨਹੀਂ ਜਾਂਦਾ, ਹੈ ਨਾ। ਅਤੇ ਆਪਾਂ ਸੱਚੀ ਨਹੀਂ ਦੇਖਦੇ ਕਿ ਜਿਹੜਾ ਕੋਈ ਬੰਦਾ ਇੰਨੇ ਸਾਲ ਕਿਸੇ ਹੋਰ ਪਰਿਵਾਰ 'ਚ ਰਹਿ ਕੇ ਆਇਆ ਉਹਨੂੰ ਥੋੜ੍ਹਾ ਜਿਹਾ ਸਮਾਂ ਲੱਗੂਗਾ ਇਹਨਾਂ ਚੀਜ਼ਾਂ 'ਚ ਢਲਣ ਦਾ। ਬਿਲਕੁਲ, ਦੋਵੇਂ ਪਾਸੇ ਇਹ ਚੀਜ਼ਾਂ ਹੁੰਦੀਆਂ ਨੇ ਭੈਣੇ ਕਿ
ਮਤਲਬ ਜਿਸ ਪਰਿਵਾਰ 'ਚ ਤੁਸੀਂ ਵਿਆਹ ਕੇ ਜਾਂਦੇ ਹੋ ਉਸ ਪਰਿਵਾਰ ਨੂੰ ਵੀ ਥੋੜ੍ਹਾ ਜਿਹਾ ਚਿਰ ਤੁਹਾਨੂੰ ਜਿਵੇਂ 2-4 ਵਾਰੀ ਪਰਿਵਾਰ ਨੂੰ ਬੰਦਾ ਪਿੱਛੇ ਜਾ ਕੇ ਮਿਲਦਾ ਆ ਹੈ ਨਾ, ਜਾਂ ਕੁੜੀ ਵਾਲੀਆਂ ਦੀਆਂ ਰਿਸ਼ਤੇਦਾਰੀਆਂ 'ਚ ਤੁਸੀਂ ਜਾਂਦੇ ਹੋ, ਤੁਸੀਂ ਥੋੜ੍ਹਾ ਜਿਹਾ ਮਾਹੌਲ ਉਦੋਂ ਓਬਜ਼ਰਵ ਕਰਦੇ ਹੋ ਹੈ ਨਾ। ਜਾਂ ਫਿਰ ਜਦੋਂ ਕੁੜੀ ਆਪਦੇ ਸਹੁਰੇ ਪਰਿਵਾਰ 'ਚ ਥੋੜ੍ਹਾ ਟਾਈਮ ਰਹਿੰਦੀ ਆ ਅਤੇ ਉਸ ਤੋਂ ਬਾਅਦ ਰਿਸ਼ਤੇਦਾਰੀਆਂ ਦੇ ਵਿੱਚ ਆਉਣਾ ਜਾਣਾ ਸ਼ੁਰੂ ਹੁੰਦਾ ਆ, ਤਾਂ ਫਿਰ ਉਹਨੂੰ ਥੋੜ੍ਹਾ ਜਿਹਾ ਸਮਝ ਆਉਣਾ ਸ਼ੁਰੂ ਹੁੰਦਾ ਵੀ ਇਹ ਇਸ ਮਿਜਾਜ਼ ਦੇ ਲੋਕ ਨੇ, ਜਾਂ ਇਹਨਾਂ ਦਾ ਜਿਹੜਾ ਵਰਤਾ ਇੱਦਾਂ ਦਾ, ਇਹਨਾਂ ਦੇ ਰਿਵਾਜ਼ ਸਲੀਕੇ ਇੱਦਾਂ ਦੇ ਨੇ ਅਤੇ ਮੇਰੇ ਪਰਿਵਾਰ ਦੇ ਇੱਦਾਂ ਦੇ ਨੇ ਹੈ ਨਾ। ਅਤੇ ਇਹ ਤਾਂ ਜ਼ਰੂਰ ਹੁੰਦਾ ਹੈ ਕਿ ਜਦੋਂ ਤੁਸੀਂ ਵਿਆਹ ਕੇ ਕਿਸੇ ਇੱਕ ਪਰਿਵਾਰ ਦੇ ਵਿੱਚ ਜਾਂਦੇ ਹੋ, ਚਾਹੇ ਉਹ ਮੁੰਡਾ ਆ ਚਾਹੇ ਉਹ ਕੁੜੀ ਆ, ਇਹ ਚੀਜ਼ਾਂ ਦੋਨਾਂ ਨੂੰ ਹੀ, ਇਹ ਤਾਂ ਇਹ ਨਹੀਂ ਹੁੰਦਾ ਕਿ ਤੁਹਾਨੂੰ ਮਤਲਬ ਕੋਈ ਖੜੇ ਪੈਰ ਕੋਈ ਕਿਸੇ ਨੇ ਸ਼ੌਕ ਦਿੱਤਾ ਵੀ ਯਾਰ ਇਹਦੇ ਬਾਰੇ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ ਹੈ ਨਾ। ਤਾਂ ਇਹ ਤਾਂ ਹੁੰਦਾ ਹੈ ਕਿ ਤੁਹਾਡੇ ਭਾਵੇਂ ਚਾਚੇ ਤਾਇਆਂ ਦੇ ਘਰ ਨੇ, ਦੋਨਾਂ ਦੇ ਘਰ ਦਾ ਮਾਹੌਲ ਅਲੱਗ-ਅਲੱਗ ਹੋਊਗਾ। ਸਹੀ ਗੱਲ ਹੈ ਨਾ। ਹੁਣ ਮੇਰੇ ਦਾਦੇ ਹੁਣੇ 2 ਭਰਾ ਸੀਗੇ ਅਤੇ ਦੋਨਾਂ ਦੇ ਸੁਭਾਅ 'ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਸੀਗਾ ਹੈ ਨਾ। ਤਾਂ ਉਵੇਂ ਤੁਸੀਂ ਇਹ ਕਿਵੇਂ ਐਕਸਪੈਕਟ ਕਰ ਸਕਦੇ ਹੋ ਵੀ ਜਿਸ ਪਰਿਵਾਰ 'ਚੋਂ ਕੁੜੀ ਆਈ ਆ ਜਾਂ ਜਿਸ ਪਰਿਵਾਰ 'ਚ ਸਾਡੀ ਕੁੜੀ ਜਾ ਰਹੀ ਆ, ਤਾਂ ਸਾਡੇ ਦੋਵਾਂ ਘਰਾਂ ਦਾ ਮਾਹੌਲ ਇੱਕੋ ਜਿਹਾ ਹੋਊਗਾ ਹੈ ਨਾ। ਕਿਤੇ ਹੀ ਹੁੰਦਾ ਵੀ ਜਿੱਥੇ ਕਿਤੇ ਪੁਰਾਣੀ ਸਾਂਝ ਹੋਵੇ, ਪੁਰਾਣੇ ਜਾਣਕਾਰ ਹੋਣ ਹੈ ਨਾ, ਪਹਿਲਾਂ ਤੋਂ ਇੱਕ ਦੂਜੇ ਦੇ ਘਰ ਦੇ ਮਾਹੌਲ ਦਾ ਪਤਾ ਹੁੰਦਾ, ਜੀਆਂ ਦਾ ਪਤਾ ਹੁੰਦਾ, ਉੱਥੇ ਇਹ ਚੀਜ਼ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਤਾਂ ਭਾਈ ਜਿਹੋ ਜਿਹਾ ਸਾਡਾ ਪਰਿਵਾਰ ਸੀ ਉਹ ਜਿਹੇ ਸਾਨੂੰ ਮੂਹਰੇ ਵਾਲੇ ਟੱਕਰੇ ਨੇਗੇ ਹੈ ਨਾ। ਨਹੀਂ ਤਾਂ ਮੈਨੂੰ ਲੱਗਦਾ ਕਿ ਭਾਵੇਂ ਤੁਸੀਂ 20 ਕਿਲੋਮੀਟਰ ਛੱਡ ਕੇ ਕੋਈ ਵਿਆਹ ਕਰ ਰਹੇ ਹੋ, ਤਾਂ ਉੱਥੇ ਵੀ ਰੀਤੀ ਰਿਵਾਜ ਜਾਂ ਮਾਹੌਲ ਸਾਰਾ ਕੁਛ ਕਾਰ ਵਿਹਾਰ ਬਹੁਤ ਅਲੱਗ ਤਰ੍ਹਾਂ ਦੇ ਹੁੰਦੇ ਨੇਗੇ ਹੈ ਨਾ। ਸੋ ਕਈ ਵਾਰੀ ਇੰਨੀਆਂ ਨਿੱਕੀਆਂ ਗੱਲਾਂ 'ਤੇ ਹੈ ਨਾ ਆਪਸੀ ਫੈਮਲੀਆਂ ਦਾ ਵੀ, ਪਰਿਵਾਰਾਂ ਦਾ ਵੀ ਅਤੇ ਜੋੜੇ ਦਾ ਵੀ ਬਹੁਤ ਵੱਡਾ ਕਲੈਸ਼ ਹੋ ਜਾਂਦਾ ਆ ਕਿ ਸਾਡੇ ਤਾਂ ਇੱਦਾਂ ਹੈ ਨਹੀਂ ਸੀਗਾ, ਜਾਂ ਆਪਾਂ ਮੂਹਰੇ ਵਾਲੇ ਬੰਦੇ ਤੋਂ ਐਕਸਪੈਕਟ ਕਰਦੇ ਹਾਂ, ਚਾਹੇ ਕੁੜੀ ਆ ਚਾਹੇ ਮੁੰਡਾ, ਕਿ ਇਹਨੂੰ ਇੱਦਾਂ ਕਰਨਾ ਚਾਹੀਦਾ ਸੀਗਾ ਹੈ ਨਾ। ਸਹੀ ਹੈ ਗੁਰਦੀਪ, ਇਹ ਵੀ ਚੀਜ਼ ਹੈਗੀ ਆ ਜਿਵੇਂ ਤੁਸੀਂ ਕਿਹਾ ਨਾ ਵੀ ਇਹ ਕੋਈ ਐਡਾ ਉਹ ਤਾਂ ਹੁੰਦਾ ਨਹੀਂ ਹੈਗਾ ਕਿ ਇੱਕ ਦਿਨ 'ਚ ਹੀ ਤੁਹਾਡੇ ਨਾਲ ਚੀਜ਼ਾਂ ਹੋ ਗਈਆਂ ਹੈ ਨਾ। ਹੁਣ ਜਦੋਂ 10-11 ਸਾਲ ਦਾ ਨਿਆਣਾ ਹੋ ਜਾਂਦਾ, ਆਪਾਂ ਉਹਨੂੰ ਕਿਤੇ ਨਾ ਕਿਤੇ ਮਤਲਬ ਮੈਨੂੰ ਲੱਗਦਾ ਮਹੀਨੇ 'ਚ ਇੱਕ ਅੱਧੀ ਵਾਰ ਜ਼ਰੂਰ ਕਹਿ ਦਿੰਦੇ ਹੁੰਦੇ ਹਾਂ, ਜੇ ਉਹ ਕੁੜੀ ਆ ਕਿ ਤੇਰਾ ਵਿਆਹ ਹੋਣਾ, ਤੂੰ ਬਗਾਨੇ ਘਰ ਜਾਣਾ ਹੈ ਨਾ। ਅਤੇ ਐਵੇਂ ਹੀ ਆਪਾਂ ਮੁੰਡੇ ਨੂੰ ਕਹਿੰਦੇ ਹੁੰਦੇ ਹਾਂ ਕਿ ਜਦੋਂ ਤੇਰਾ ਮਤਲਬ ਮੁੰਡੇ ਨੂੰ ਲੋਕੀ ਜਿਵੇਂ ਹਾਸੇ ਜਿਹੇ ਚਟਾਉਣ 'ਚ ਕਹਿ ਦਿੰਦੇ ਵੀ ਜਦੋਂ ਬਗਾਨੀ ਆਈ ਤੈਨੂੰ ਫਿਰ ਪਤਾ ਲੱਗੂ ਜਾਂ ਪੜ੍ਹ ਲਾ ਕਮਾ ਲਾ ਹੈ ਨਾ, ਕੀ ਤੇਰਾ ਚੰਗੇ ਘਰੇ ਰਿਸ਼ਤਾ ਹੋ ਜਾਵੇ ਨਾ। ਅਤੇ ਪਰ ਆਪਾਂ ਨਾ ਅਸਲ 'ਚ ਉਹਨਾਂ ਚੀਜ਼ਾਂ ਨੂੰ ਸੀਰੀਅਸ ਨਹੀਂ ਲੈਂਦੇ। ਮੈਨੂੰ ਲੱਗਦਾ ਹੁੰਦਾ ਜਿਵੇਂ ਕਿ ਜਦੋਂ ਬੱਚਾ ਨਾ 15 ਕੁ ਸਾਲ ਦਾ ਹੋ ਜਾਂਦਾ, ਤਾਂ ਤੁਸੀਂ ਜਿਵੇਂ ਮੈਂ ਕਿਹਾ ਸੀ ਵੀ ਇਹ ਨਹੀਂ ਹੈਗਾ ਕਿ ਤੁਸੀਂ ਇੱਕ ਦਿਨ ਹੀ ਸਾਰਾ ਪਟਾਰਾ ਉਹਦੇ ਖੋਲ੍ਹ ਕੇ ਸਾਹਮਣੇ ਰੱਖ ਦਿਓ ਨਾ, ਪਰ ਇਹ ਜ਼ਰੂਰੀ ਆ ਕਿ ਉਹਨੂੰ ਸਾਲ ਦਰ ਸਾਲ ਜਿੰਨਾ ਕੁ ਉਹਦੇ ਲਈ ਜ਼ਰੂਰੀ ਆ ਉਹਨੂੰ ਜਾਣਕਾਰੀ ਜ਼ਰੂਰ ਦਿਓ ਇਹਨਾਂ ਚੀਜ਼ਾਂ ਦੀ ਹੈ ਨਾ। ਕਿ ਹੁਣ ਜੇ ਤੂੰ ਮਤਲਬ 5-7 ਸਾਲ ਨੂੰ ਵੀ ਤੇਰਾ ਕਿਤੇ ਰਿਸ਼ਤਾ ਹੁੰਦਾ, ਤਾਂ ਤੇਰੀ ਜ਼ਿੰਦਗੀ 'ਚ ਇਹ ਬਦਲਾਅ ਨੇ ਜਿਹੜੇ ਆਉਣਗੇ। ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਤਾਂ ਨਾ ਬੰਦੇ ਨੂੰ ਆਪਦੇ ਨਿਆਣੇ ਨੂੰ ਤੁਸੀਂ ਇਹ ਸਿਖਾਓ ਕਿ ਜੇ ਤੂੰ ਕਿਸੇ ਘਰੇ ਜਾਏਂਗਾ ਤਾਂ ਉੱਥੇ ਤੇਰੇ ਲਈ ਬਹੁਤ ਜ਼ਿਆਦਾ ਚੀਜ਼ਾਂ ਨੇ ਜਿਹੜੀਆਂ ਉਹ ਇਸ ਘਰ ਦੇ ਮੁਤਾਬਕ ਨਹੀਂ ਹੋਣਗੀਆਂ, ਇਸ ਘਰ ਵਰਗੀਆਂ ਨਹੀਂ ਹੋਣਗੀਆਂ ਹੈ ਨਾ। ਤਾਂ ਤੂੰ ਉਸ ਮਾਹੌਲ 'ਚ ਕਿਵੇਂ ਰਹਿਣਾ, ਕਿੰਨਾ ਕੁ ਕੁਛ ਆ ਜਿਹੜਾ ਤੂੰ ਆਪਣੇ ਅੰਦਰੋਂ ਢਾਲ ਸਕਦਾ, ਕਿੰਨਾ ਕੁ ਕੁਛ ਆ ਜਿਹੜਾ ਤੈਨੂੰ ਤਰੀਕੇ ਨਾਲ ਉਹਨਾਂ ਲੋਕਾਂ 'ਚ ਢਾਲਣਾ ਪੈਣਾ ਹੈ ਨਾ। ਸੇਮ ਮੁੰਡੇ ਨੂੰ ਨਹੀਂ ਲੋਕੀ ਸਿਖਾਉਂਦੇ। ਮੁੰਡੇ ਨੂੰ ਕਦੀ ਕੋਈ ਪਰਿਵਾਰ ਵਿਆਹ ਤੋਂ ਪਹਿਲਾਂ ਇਹ ਨਹੀਂ ਕਹਿੰਦਾ ਹੈਗਾ, ਈਵਨ ਕਿ ਮੈਨੂੰ ਲੱਗਦਾ ਵਿਆਹ ਤੋਂ 2 ਮਹੀਨੇ ਪਹਿਲਾਂ ਵੀ ਨਹੀਂ ਲੋਕ ਕਹਿੰਦੇ ਕਿ ਇੱਕ ਨਵਾਂ ਜੀ ਆਪਣੇ ਘਰ 'ਚ ਆ ਰਿਹਾ, ਅਤੇ ਉਸ ਵਕਤ ਮਤਲਬ ਜਿਵੇਂ ਆਪਾਂ ਕਹਿੰਦੇ ਨੇ ਨਾ ਕਿ ਮੁੰਡਿਆਂ 'ਚ ਬਹੁਤ ਸਾਰੀਆਂ ਲਾਪਰਵਾਹੀਆਂ ਜਿਹੀਆਂ ਹੁੰਦੀਆਂ ਨੇ ਕਿ ਉਹ ਜਿੱਥੇ ਦੋਸਤਾਂ 'ਚ ਬੈਠ ਗਏ ਉਹਨਾਂ ਨੂੰ ਸਮੇਂ ਦਾ ਖਿਆਲ ਨਹੀਂ ਰਹਿੰਦਾ ਹੈ ਨਾ। ਅਤੇ ਕਈ ਵਾਰੀ ਜਿਵੇਂ ਗੱਲਾਂ ਤਾਂ ਛੋਟੀਆਂ ਨੇ, ਲੋਕ ਕਹਿ ਦਿੰਦੇ ਨੇ ਅਤੇ ਇਹ ਤਾਂ ਜੀ ਫੈਮਿਨਿਸਟਾਂ ਵਾਲੀਆਂ ਗੱਲਾਂ ਨੇ ਹੈ ਨਾ, ਪਰ ਮੁੰਡੇ ਕਈ ਛੋਟੀਆਂ ਜ਼ਿੰਮੇਵਾਰੀਆਂ ਵੀ ਘਰ 'ਚ ਆਪ ਨਹੀਂ ਕਰ ਰਹੇ ਹੁੰਦੇ। ਜਿਵੇਂ ਉਹਨਾਂ ਨੂੰ ਆਦਤ ਹੁੰਦੀ ਹੈ ਕਿ ਜਦੋਂ ਕਿਤੋਂ ਬਾਹਰੋਂ ਆਏ ਤਾਂ ਪਾਣੀ ਦਾ ਗਲਾਸ ਵੀ ਘਰ 'ਚ ਜਿਹੜੀ ਫੀਮੇਲ ਆ ਉਹੀ ਫੜਾਊਗੀ ਹੈ ਨਾ। ਅਤੇ ਉਹ ਚੀਜ਼ਾਂ ਮੈਨੂੰ ਲੱਗਦਾ ਕਿ ਮੁੰਡੇ ਨੂੰ ਵੀ ਦੱਸਣੀਆਂ ਚਾਹੀਦੀਆਂ ਨੇ ਕਿ ਇੱਕ ਤਾਂ ਜਦੋਂ ਮਤਲਬ ਪਰਿਵਾਰ 'ਚ ਕੋਈ ਕੁੜੀ ਤੇਰੇ ਨਾਲ ਤੇਰੀ ਜੀਵਨ ਸਾਥੀ ਬਣ ਕੇ ਆਊਗੀ, ਤਾਂ ਤੈਨੂੰ ਥੋੜ੍ਹੀਆਂ ਚੀਜ਼ਾਂ ਉਹਦੇ ਮੁਤਾਬਕ ਮਤਲਬ ਛੋਟੇ ਕੰਮਾਂ 'ਚ ਤੈਨੂੰ ਉਹਦੇ ਨਾਲ ਕੋਆਪਰੇਟ ਕਰਨਾ ਪੈਣਾ, ਤੈਨੂੰ ਉਹਦੀ ਰਿਸਪੈਕਟ ਵੀ ਕਰਨੀ ਪੈਣੀ ਹੈ ਨਾ। ਜਾਂ ਆਪਾਂ ਕਹਿੰਦੇ ਹਾਂ ਕਿ ਇੱਕ ਨਵੇਂ ਰਿਸ਼ਤੇ ਦੀਆਂ ਅਲੱਗ ਜ਼ਿੰਮੇਵਾਰੀਆਂ ਹੁੰਦੀਆਂ ਨੇ ਨਾ। ਕਿਸੇ ਦੀ ਆਪਾਂ ਇੰਟਰਵਿਊ ਕੀਤੀ ਸੀ, ਉਹਨਾਂ ਨੇ ਬੜੀ ਖੂਬਸੂਰਤ ਗੱਲ ਕਹੀ ਸੀ। ਉਹ ਕਹਿੰਦੇ ਕਿ ਕੁੜੀ ਨੂੰ ਦੱਸੋ ਕਿ ਜੇ ਅੱਜ ਤੇਰੀ ਇੱਕ ਭੂਆ ਤਾਂ ਤੂੰ ਨਵੇਂ ਪਰਿਵਾਰ 'ਚ ਜਾਏਂਗੀ, ਤੈਨੂੰ ਉੱਥੇ ਦੁੱਗਣੀਆਂ ਰਿਸ਼ਤੇਦਾਰੀਆਂ ਨਿਭਾਉਣੀਆਂ ਪੈਣੀਆਂ ਨਾ। ਉੱਥੇ ਮੁੰਡੇ ਦੀਆਂ ਵੀ ਭੂਆ ਹੋਣਗੀਆਂ, ਉਹਦੀਆਂ ਵੀ ਮਾਸੀਆਂ। ਅਤੇ ਇਹੀ ਚੀਜ਼ ਕਹਿੰਦੇ ਮੁੰਡੇ ਨੂੰ ਦੱਸੋ ਕਿ ਜੇ ਅੱਜ ਤੂੰ 50,000 ਕਮਾ ਰਿਹਾ ਅਤੇ ਉਹਦੇ 'ਚੋਂ 40 ਖਰਚ ਰਿਹਾ, ਤਾਂ ਕੱਲ੍ਹ ਨੂੰ ਤੂੰ
ਸਿਰਫ 25 ਮਤਲਬ ਖਰਚਣ ਦਾ ਹੱਕਦਾਰ ਹਾਂ, ਕਿਉਂਕਿ ਇੱਕ ਜਿਹੜਾ ਬੰਦਾ ਤੇਰੀ ਜ਼ਿੰਮੇਵਾਰੀ ਹੋਰ ਇਸ ਘਰ 'ਚ ਆ ਰਹੀ ਹੈ ਨਾ, ਪਰ ਆਪਾਂ ਨਹੀਂ ਦੱਸਦੇ। ਭੈਣੇ ਇਹ ਤਾਂ ਬਹੁਤ ਦੂਰ ਦੀਆਂ ਚੀਜ਼ਾਂ ਨੇਗੀਆਂ ਨਾ, ਮੈਨੂੰ ਲੱਗਦਾ ਕਈ ਵਾਰੀ ਬੇਸਿਕ ਚੀਜ਼ਾਂ ਜਿਨ੍ਹਾਂ ਤੇ ਕਦੇ ਆਪਾਂ ਧਿਆਨ ਨਹੀਂ, ਹੁਣ ਜਿਵੇਂ ਜਿਹੜੀ ਉਹ ਤੁਸੀਂ ਘਟਨਾ ਦਾ ਜ਼ਿਕਰ ਕੀਤਾ ਵੀ ਕੁੜੀ ਨੇ ਸਿਰਫ ਮਤਲਬ ਮੁੰਡੇ ਨੇ ਉਹਨੇ ਕਿਹਾ ਕਿ ਹੱਥ ਫੜਨ ਦੇ ਲਈ ਕਿਹਾ ਤੇ ਉਹਨੇ ਉਸ ਚੀਜ਼ ਤੇ ਵੀ ਉਹਨਾਂ ਬਵਾਲ ਕਰਤਾ, ਉਹਦੇ ਤੇ ਆਪਾਂ ਮਤਲਬ ਜਿਹੜੇ ਅਸੀਂ ਹਮੇਸ਼ਾ ਕਹਿੰਦੇ ਆ ਸੱਭਿਆਚਾਰ ਤਾਂ ਉਹਨਾਂ ਲੋਕਾਂ ਦੀ ਭਾਸ਼ਾ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਦੇਖੋ ਸਭ ਤੋਂ ਜ਼ਿਆਦਾ ਅਸੱਭਿਅਕ ਹੁੰਦੀ ਆ। ਕਿੰਨੇ ਲੋਕਾਂ ਨੇ ਹਨਾ ਉਹਨਾਂ ਦੀ ਪਹਿਲੀ ਰਾਤ ਨੂੰ ਲੈ ਕੇ ਵੀ ਗੱਲਾਂ ਕੀਤੀਆਂ ਨੇ, ਜਾਂ ਮਤਲਬ ਕਿ ਇਹ ਤਾਂ ਹੱਥ ਨਹੀਂ ਫੜਨ ਦਿੰਦੀ, ਜਾਂ ਕਿੰਨੀਆਂ ਉਹੋ ਜਿਹੀਆਂ ਗੱਲਾਂ ਨੇਗੀਆਂ ਜਿਹੜੀਆਂ ਕਿ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵੈਸੇ ਵੀ ਸਾਹਮਣੇ ਬੈਠ ਕੇ ਨਹੀਂ ਬੋਲ ਸਕਦੇ ਤੇ ਤੁਸੀਂ ਸੋਸ਼ਲ ਮੀਡੀਆ ਤੇ ਲਿਖ ਰਹੇ ਹੋ ਤੇ ਉੱਥੇ ਲੋਕ ਤੁਹਾਨੂੰ ਹਜ਼ਾਰਾਂ ਲੱਖਾਂ ਲੋਕ ਪੜ੍ਹ ਰਹੇ ਨੇਗੇ ਹਨਾ। ਪਰ ਕਿਸੇ ਨੇ ਦੇਖਿਆ ਕਿ ਉਸ ਕੁੜੀ ਨੇ ਮਨਾ ਕਿਉਂ ਕੀਤਾ ਹੋਊਗਾ ਹਨਾ। ਮੈਂ ਨਹੀਂ ਕਹਿੰਦੀ ਵੀ ਹਾਂ ਕਰ ਸਕਦੀ ਆ, ਪਰ ਆਪਾਂ ਮਾਨਸਿਕ ਸਿਚੁਏਸ਼ਨ ਕਦੇ ਦੇਖਣ ਦੀ ਕੋਸ਼ਿਸ਼ ਕੀਤੀ। ਕਈ ਵਾਰੀ ਇਹ ਹੁੰਦਾ ਹੈ ਕਿ ਜਿਵੇਂ ਹੁਣ ਆਪਣੇ ਤਾਂ ਇੱਥੇ ਉਹਨਾਂ ਚੀਜ਼ਾਂ ਤੇ ਜੈਂਡਰ ਉਹਦੇ ਤੇ ਆਪਣੀ ਗੱਲ ਹੀ ਨਹੀਂ ਹੁੰਦੀ ਹੈਗੀ ਹਨਾ, ਵੀ ਉਹ ਹੋ ਸਕਦਾ ਵੀ ਉਹਦੇ ਅੰਦਰ ਕਦੇ ਕੁੜੀਆਂ ਵਾਲੇ ਲੱਛਣ ਹੋਣ ਹੀ ਨਾ ਹਨਾ। ਆਪਾਂ ਉਹਨਾਂ ਚੀਜ਼ਾਂ ਨੂੰ ਐਕਸੈਪਟ ਨਹੀਂ ਨਾ ਕਰਦੇ ਕਿ ਲੈਸਬੀਅਨ, ਗੇ, ਟਰਾਂਸਜੈਂਡਰਸ ਇਹ ਹੁੰਦਾ ਹੀ ਨਹੀਂ ਆ ਕੁਛ, ਇਹ ਇੱਕ ਤਰ੍ਹਾਂ ਦੀ ਬਿਮਾਰੀ ਹੁੰਦੀ ਹੈ, ਇਹਦਾ ਇਲਾਜ ਹੋ ਜਾਂਦਾ। ਨਹੀਂ ਹੋ ਸਕਦਾ ਵੀ ਉਸ ਕੁੜੀ ਅੰਦਰ ਜਾਂ ਕਿਸੇ ਮੁੰਡੇ ਅੰਦਰ ਹਨਾ ਮੁੰਡੇ ਵਾਲੇ ਜਾਂ ਕੁੜੀ ਅੰਦਰ ਕੁੜੀ ਵਾਲੇ ਲੱਛਣ ਹੋਣ ਹੀ ਨਾ ਹਨਾ। ਪਰਿਵਾਰ ਬਹੁਤ ਤਰੀਕਿਆਂ ਦੇ ਨਾਲ ਉਹ ਚੀਜ਼ਾਂ ਨੂੰ ਦਬਾਉਂਦਾ ਰਹਿੰਦਾ ਆ ਹਨਾ, ਵੀ ਇਹਦਾ ਤਾਂ ਦਿਮਾਗ ਖਰਾਬ ਆ, ਇਹਦਾ ਤਾਂ ਇੱਦਾਂ ਹੀ ਆ, ਇਹਦਾ ਸੁਭਾਅ ਹੀ ਇੱਦਾਂ ਦਾ। ਕਦੇ ਉਹਨਾਂ ਚੀਜ਼ਾਂ ਦੀ ਅਸੀਂ ਹਿਸਟਰੀ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕਰਦੀ। ਤੁਸੀਂ ਸੋਚ ਕੇ ਦੇਖੋ ਵੀ ਅੱਜ ਦੇ ਸਮੇਂ 'ਚ ਜਿੱਥੇ ਇੰਨਾ ਕੁਛ ਐਡਵਾਂਸ ਹੋ ਗਿਆ, ਪ੍ਰੀ ਵੈਡਿੰਗ ਤੱਕ ਹੋਣ ਲੱਗ ਗਈ, ਲਵ ਮੈਰਿਜਸ ਹੋ ਰਹੀਆਂ ਨੇ, ਮੁੰਡਾ ਕੁੜੀ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਨੇ, ਅਰੇਂਜ ਮੈਰਿਜਸ ਵੀ ਉੱਦਾਂ ਦੀਆਂ ਨਹੀਂ ਰਹੀਆਂ ਵੀ ਵਿਆਹ ਵਾਲੇ ਦਿਨ ਹੀ ਇੱਕ ਦੂਜੇ ਨੂੰ ਦੇਖਿਆ ਹਨਾ, ਸ਼ਗਨ ਹੋ ਗਿਆ, ਗੱਲਾਂ ਬਾਤਾਂ ਹੋਣ ਲੱਗ ਜਾਂਦੀਆਂ ਨੇ। ਇੰਨਾ ਕੁ ਤਾਂ ਆਪਾਂ ਸਾਰੇ ਇੱਕ ਦੂਜੇ ਨੂੰ ਵਿਆਹ ਤੋਂ ਪਹਿਲਾਂ ਜਾਣਦੇ ਹੁੰਦੇ ਹਾਂ ਨਾ, ਪਰ ਬਾਵਜੂਦ ਇਸ ਤੇ ਉਹ ਕੁੜੀ ਨੇ ਕਿਉਂ ਮਨਾ ਕੀਤਾ ਹੋਊਗਾ? ਘਰ ਦਾ ਕੀ ਮਾਹੌਲ ਰਿਹਾ ਹੋਊਗਾ, ਉਹਦੀ ਸੰਗਤ ਕਿਹੋ ਜਿਹੇ ਲੋਕਾਂ 'ਚ ਹੋਊਗੀ, ਜਾਂ ਬਚਪਨ ਤੋਂ ਲੈ ਕੇ ਉਹਦਾ ਹੁਣ ਤੱਕ ਦਾ ਵਰਤਾਅ ਕਿਵੇਂ ਦਾ ਹੋਊਗਾ ਹਨਾ। ਆਪਾਂ ਨੂੰ ਇਹ ਹੁੰਦਾ ਵੀ ਚਾਹੇ ਮੁੰਡਾ ਚਾਹੇ ਕੁੜੀਆਂ ਵੀ ਵਿਆਹ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਹਨਾ, ਪਰ ਕਿਸੇ ਵੀ ਇਨਸਾਨ ਦੀ ਬੇਸਿਕ ਨੇਚਰ ਕੀ ਆ ਉਹ ਅਸੀਂ ਕਦੇ ਨਹੀਂ ਜਾਣਨ ਦੀ ਕੋਸ਼ਿਸ਼ ਕਰਦੇ। ਜੇ ਕੋਈ ਮੁੰਡਾ ਵਿਆਹ ਵਾਲੀ ਉਮਰ 'ਚ ਆ ਕੇ ਮਨਾ ਕਰਦਾ ਵੀ ਮੈਂ ਵਿਆਹ ਨਹੀਂ ਕਰਾਉਣਾ ਹੈਗਾ, ਲੈ ਰਿਸ਼ਤੇਦਾਰਾਂ ਤੋਂ, ਦੋਸਤ ਮਿੱਤਰਾਂ ਤੋਂ, ਘਰਦਿਆਂ ਤੋਂ, ਚਾਚੇ ਤਾਏ, ਆਪਾਂ ਸਾਰੇ ਉਹਨੂੰ ਇਸ ਗੱਲ ਤੇ ਮਨਾਉਣ ਤੇ ਲੱਗ ਜਾਂਦੇ ਹਾਂ, ਦਬਾਅ ਪਾਉਣ ਲੱਗ ਜਾਂਦੇ ਹਾਂ ਵੀ ਇਹਨੂੰ ਸਮਝਾਓ, ਇਹਦਾ ਦਿਮਾਗ ਖਰਾਬ ਹੋ ਗਿਆ ਹਨਾ, ਵਿਆਹ ਕਰਾਏ ਬਿਨਾਂ ਕਿਹਦਾ ਸਰਿਆ ਅੱਜ ਤੱਕ ਹਨਾ, ਜਾਂ ਆਪਾਂ ਬੜੀਆਂ ਐਗਜ਼ਾਮਪਲਾਂ ਦੇਣ ਲੱਗ ਜਾਂਦੇ ਹਾਂ। ਪਰ ਕਦੇ ਆਪਾਂ ਇਹ ਨਹੀਂ ਸੋਚਣ ਦੀ ਕੋਸ਼ਿਸ਼ ਕਰਦੇ ਵੀ ਕੋਈ ਇਹੋ ਜਿਹੀ ਗੱਲ ਤਾਂ ਨਹੀਂ ਹੈਗੀ ਵੀ ਜਿਹੜਾ ਸਾਡਾ ਬੱਚਾ ਸਾਨੂੰ ਕਹਿ ਨਹੀਂ ਪਾ ਰਿਹਾ, ਦੱਸ ਨਹੀਂ ਪਾ ਰਿਹਾ, ਜਾਂ ਬਚਪਨ ਤੋਂ ਅਸੀਂ ਉਹਨੂੰ ਅਣਗੌਲਿਆਂ ਕਰਦੇ ਆਏ ਹਾਂ ਹਨਾ। ਪਰ ਇਹ ਮੈਨੂੰ ਲੱਗਦਾ ਹੈ ਕਿ ਇੱਕ ਸਾਈਕੋਲੋਜੀਕਲ ਵਿਸ਼ਾ ਵੀ ਸੀਗਾ। ਹੋ ਸਕਦਾ ਉਹਨੇ ਸਹਿ ਸੁਭਾਅ ਕਹਿਤਾ ਹੋਵੇ, ਹੋ ਸਕਦਾ ਉਹਦਾ ਸੁਭਾਅ ਹੋਵੇ, ਮੈਂ ਨਹੀਂ ਕਹਿੰਦੀ ਵੀ ਕੋਈ ਗੱਲ ਇੱਦਾਂ ਦੀ ਹੋਊਗੀ ਵੀ, ਪਰ ਆਪਣੀ ਸੁਸਾਇਟੀ ਦੇ ਵਿੱਚ ਲੱਖਾਂ ਇੱਦਾਂ ਦੇ ਕੇਸ ਨੇਗੇ ਕਿ ਜਿੱਥੇ ਵਿਆਹ ਸਿਰਫ ਮਜਬੂਰੀ ਦੇ ਵਿੱਚ ਹੋਏ ਨੇ ਤੇ ਵਿਆਹ ਬਾਅਦ 'ਚੋਂ ਮਜਬੂਰੀ ਦੇ ਵਿੱਚ ਹੀ ਨਿਭੇ ਨੇ, ਤੇ ਜੇ ਉਹ ਮਜਬੂਰੀ ਮਤਲਬ ਬੰਦੇ ਨੇ ਆਪਣਾ ਆਪ ਨਹੀਂ ਛੱਡਿਆ ਹੈਗਾ ਤਾਂ ਉਹ ਵਿਆਹ ਫਿਰ ਟੁੱਟੇ ਵੀ ਨੇ ਹਨਾ। ਸਹੀ ਗੱਲ ਹੈ ਗੁਰਦੀਪ, ਮੈਂ ਉਹੀ ਜਿਵੇਂ ਆਪਾਂ ਕਹਿੰਦੇ ਨਾ ਕਿ ਆਪਾਂ ਬੱਚੇ ਨੂੰ ਫਿਜ਼ੀਕਲੀ ਗਾਈਡ ਨਹੀਂ ਕਰਦੇ, ਕਈ ਵਾਰੀ ਇਹ ਹੁੰਦਾ ਹੈ ਕਿ ਬਹੁਤ ਮਤਲਬ ਇਹ ਨਹੀਂ ਹੈਗਾ ਆਪਾਂ ਕਿਹੜਾ ਹੁਣ ਅੱਖਾਂ ਬੰਦ ਕਰਕੇ ਦੁਨੀਆ 'ਚ ਜਿਉਂਦੇ ਆ ਨਾ। ਬਹੁਤ ਸਾਰੇ ਲੋਕਾਂ ਤੋਂ ਤੁਸੀਂ ਇਹ ਚੀਜ਼ਾਂ ਸੁਣੀਆਂ ਹੋਣਗੀਆਂ ਕਿ ਕਈ ਬੱਚਿਆਂ ਦੇ ਵਿਆਹ ਹੋ ਜਾਂਦੇ ਨੇ ਪਰ ਉਹ ਫਿਜ਼ੀਕਲੀ ਇੱਕ ਦੂਜੇ ਨਾਲ ਇਨਵੋਲਵ ਹੋਣ 'ਚ ਉਹ ਮਤਲਬ ਬਹੁਤ ਉਹਨਾਂ ਦੇ ਅੰਦਰ ਝਿਜਕ ਹੁੰਦੀ ਹੈ। ਕਈ ਕਪਲਸ ਇਹੋ ਜਿਹੇ ਨੇ ਜਿਨ੍ਹਾਂ ਨੂੰ ਮੈਨੂੰ ਲੱਗਦਾ ਕਈ ਮਹੀਨੇ ਲੱਗ ਜਾਂਦੇ ਇਸ ਚੀਜ਼ ਲਈ ਹਨਾ। ਬਿਲਕੁਲ ਸਹੀ ਗੱਲ ਹੈ। ਤੇ ਸੁਸਾਇਟੀ ਦਾ ਰਿਐਕਸ਼ਨ ਹੁੰਦਾ ਕਿ ਇਹ ਚੀਜ਼ਾਂ ਨਾ ਇਮੀਡੀਏਟ ਹੋਣੀਆਂ ਚਾਹੀਦੀਆਂ ਨੇ ਤੁਹਾਡੀ ਲਾਈਫ 'ਚ, ਜਾਂ ਫਿਰ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਰੁਕਾਵਟ ਹੋ ਹੀ ਨਹੀਂ ਸਕਦੀ। ਤੁਸੀਂ ਆਪਾਂ ਇੱਕ ਹਿਪਨੋਥੈਰੇਪਿਸਟ ਕੋਲੇ ਉਹਨਾਂ ਨੂੰ ਆਪਾਂ ਇੰਟਰਵਿਊ ਦੇ ਲਈ ਮਿਲੇ ਸੀਗੇ ਤਾਂ ਉਹਨਾਂ ਨੇ ਇੱਕ ਆਪਾਂ ਨੂੰ ਕਿੰਨਾ ਅਲੱਗ ਕੇਸ ਸੁਣਾਇਆ ਸੀਗਾ ਵੀ ਇੱਕ ਕੁੜੀ ਉਹਨਾਂ ਕੋਲੇ ਆਈ ਤੇ ਜਦੋਂ ਉਹਦਾ ਵਿਆਹ ਹੋ ਗਿਆ ਤਾਂ ਮਤਲਬ ਕਿ ਉਹ ਇੰਟੀਮੇਟ ਨਹੀਂ ਸੀ ਹੋ ਪਾ ਰਹੇ ਹਨਾ, ਤੇ ਕੁੜੀ ਹਮੇਸ਼ਾ ਹਸਬੈਂਡ ਨੂੰ ਪੁਸ਼ ਕਰ ਦਿੰਦੀ ਸੀਗੀ। ਤਾਂ ਬਾਅਦ ਚੋਂ ਜਦੋਂ ਉਹਨਾਂ ਦੀ ਮਤਲਬ ਉਹਨਾਂ ਨੇ ਥੈਰੇਪੀ ਵਗੈਰਾ ਜਾਂ ਉਹਨਾਂ ਨੇ ਕਾਉਂਸਲਿੰਗ ਲੈਣ ਦੀ ਸੋਚੀ, ਇਹ ਵੀ ਚਲੋ ਚੰਗੀ ਗੱਲ ਸੀ ਉਹਨਾਂ ਦੇ ਕੇਸ 'ਚ ਵੀ ਉਹਦਾ ਹਸਬੈਂਡ ਅੰਡਰਸਟੈਂਡਿੰਗ ਵਾਲਾ ਸੀਗਾ, ਸਮਝਦਾਰ ਸੀਗਾ ਹਨਾ। ਤਾਂ ਉਹਨਾਂ ਨੇ ਸੋਚਿਆ ਕਿ ਸਾਨੂੰ ਇੱਕ ਕਾਉਂਸਲਰ ਨੂੰ ਮਿਲਣਾ ਚਾਹੀਦਾ, ਹੋ ਸਕਦਾ ਇੱਕ ਝਿਜਕ ਹੋਵੇ ਹਨਾ। ਤੇ ਜਦੋਂ ਫਿਰ ਉਹ ਮਿਲੇ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਬਚਪਨ ਦੇ ਵਿੱਚ ਉਸ ਕੁੜੀ ਦੇ ਨਾਲ ਫਿਜ਼ੀਕਲ ਅਬਿਊਜ਼ ਹੋਇਆ ਸੀ। ਕਿਸੇ ਇੱਕ ਰਿਸ਼ਤੇਦਾਰ ਨੇ ਉਹਨੂੰ ਇਨਐਪਰੋਪ੍ਰੀਏਟ ਤਰੀਕੇ ਦੇ ਨਾਲ ਉਹਨੂੰ ਟੱਚ ਕੀਤਾ ਸੀਗਾ। ਤਾਂ ਜਦੋਂ ਕਿਤੇ ਵੀ ਕੋਈ ਮੇਲ ਪਰਸਨ ਜਾਂ ਕੋਈ ਮੇਲ ਜੈਂਡਰ ਕੋਈ ਵੀ ਸੀਗਾ ਤਾਂ ਉਹਦੇ ਨੇੜੇ ਵੀ ਆਉਂਦਾ ਸੀਗਾ ਤਾਂ ਉਹਦੇ ਸਬਕੌਂਸ਼ੀਅਸ ਮਾਈਂਡ 'ਚੋਂ ਉਹ ਵਾਲੀਆਂ ਚੀਜ਼ਾਂ ਐਕਟੀਵੇਟ ਹੋ ਜਾਂਦੀਆਂ ਸੀ। ਤਾਂ ਉਹਨੂੰ ਇਹ ਲੱਗਦਾ ਸੀ ਕਿ ਇਸ ਚੀਜ਼ ਤੋਂ ਮੈਨੂੰ ਖਤਰਾ ਆ, ਤਾਂ ਉਹ ਹਮੇਸ਼ਾ ਬੰਦੇ ਨੂੰ
ਉਹਦਾ ਰਿਸ਼ਤਾ ਉਹਨੂੰ ਭੁੱਲ ਜਾਂਦਾ ਸੀਗਾ, ਤਾਂ ਉਹ ਹਮੇਸ਼ਾ ਬੰਦੇ ਨੂੰ ਤੱਕਦੀ ਸੀ ਪਿੱਛੇ ਕਿ ਤੁਸੀਂ ਮੈਨੂੰ ਛੂਹ ਨਹੀਂ ਸਕਦੇ ਹੈਗੇ ਨਾ। ਆਪਾਂ ਉਹਨਾਂ ਚੀਜ਼ਾਂ ਬਾਰੇ ਕਦੇ ਸੋਚਦੇ ਹੀ ਨਹੀਂ ਹੈਗੇ ਵੀ ਬੱਚੇ ਦੇ ਨਾਲ ਕੋਈ ਬਚਪਨ ਦੇ ਵਿੱਚ ਕੁਛ ਇੱਦਾਂ ਦੀ ਚੀਜ਼ ਹੋਈ ਹੋ ਸਕਦੀ ਆ, ਜਾਂ ਫਿਰ ਉਹਦੀ ਜਿਹੜੀ ਸੈਕਸ਼ੁਅਲਿਟੀ ਆ ਉਹਨੂੰ ਇਸ ਚੀਜ਼ ਲਈ ਅਲਾਓ ਹੀ ਨਹੀਂ ਕਰਦੀ ਕਿ ਉਹਦਾ ਆਪੋਜ਼ਿਟ ਜੈਂਡਰ ਉਹਦੇ ਨੇੜੇ ਆਵੇ, ਹੈ ਨਾ। ਤਾਂ ਮੈਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਬਾਰੇ ਵੀ ਥੋੜ੍ਹਾ ਜਿਹਾ ਆਪਾਂ ਨੂੰ ਸੋਚਣਾ ਚਾਹੀਦਾ ਕਿ ਹੋ ਸਕਦਾ ਸੁਭਾਅ ਕਿਸੇ ਦਾ ਹੋਣਾ ਉਹ ਅਲੱਗ ਗੱਲ ਵਾ, ਪਰ ਸੁਭਾਅ ਤੋਂ ਪਿੱਛੇ ਕਿਤੇ ਕੋਈ ਰੀਜ਼ਨ ਹੋਰ ਵੱਡਾ ਤਾਂ ਨਹੀਂ ਹੈਗਾ ਜਿਹਦੇ ਬਾਰੇ ਹਲੇ ਤੱਕ ਅਸੀਂ ਜਾਣਿਆ ਹੀ ਨਹੀਂ ਹੈਗਾ, ਹੈ ਨਾ। ਦੇਖੋ ਕਈ ਵਾਰੀ ਨਾ ਆਪਣੇ ਲੋਕ, ਜਿਵੇਂ ਆਪਾਂ ਕਹਿੰਦੇ ਕਿ ਆਪਾਂ ਖੁਦ ਨਹੀਂ ਗੱਲ ਕਰਦੇ ਆਪਣੇ ਨਿਆਣਿਆਂ ਨਾਲ। ਹੁਣ ਜਿਵੇਂ ਆਪਾਂ ਨੂੰ ਮੈਰਿਡ ਲਾਈਫ 'ਚ ਕਿੰਨੇ ਸਾਲ ਹੋ ਗਏ ਨੇ, ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਆਪਾਂ ਕਿਸੇ 20 ਸਾਲ ਦੇ ਬੱਚੇ ਦਾ ਜਿਹਦਾ ਵਿਆਹ ਹੋਣ ਜਾ ਰਿਹਾ ਉਹਦੇ ਨਾਲ ਵੀ ਇਸ ਵਿਸ਼ੇ ਤੇ ਗੱਲ ਕਰਦੇ ਹੋਈਏ ਨਾ, ਆਪਾਂ ਵੀ ਨਹੀਂ ਈਵਨ ਕਰ ਸਕਦੇ। ਤੇ ਪੇਰੈਂਟਸ ਤਾਂ ਇਸ ਚੀਜ਼ ਨੂੰ ਬਹੁਤ ਹੀ ਜ਼ਿਆਦਾ ਅਵੋਇਡ ਕਰਦੇ ਨੇ। ਮੈਂ ਜਿਵੇਂ ਗੁਰਦੀਪ ਤੁਸੀਂ ਦੱਸਿਆ, ਮੈਂ ਖੁਦ ਮਤਲਬ ਆਪਣੇ ਅੱਖਾਂ ਨਾਲ ਇੱਕ ਇੱਦਾਂ ਦੀ ਚੀਜ਼ ਦੇਖੀ ਹੋਈ ਹੈ ਕਿ ਮੈਂ ਕਿਤੇ ਅਸੀਂ ਗਏ ਸੀ ਕਿਸੇ ਕੰਮ ਲਈ, ਤੇ ਉੱਥੇ ਇੱਕ ਡਾਕਟਰ ਹੈ ਨਾ, ਉਹਨਾਂ ਨੇ ਇਹ ਚੀਜ਼ ਦੱਸੀ। ਉਹ ਕਹਿੰਦੇ ਵੀ ਮਤਲਬ 20 ਕੁ ਦਿਨ ਹੋਏ ਸੀ ਇੱਕ ਕੁੜੀ ਦੇ ਵਿਆਹ ਨੂੰ, ਤੇ ਉਹਨੇ ਚੂੜਾ ਪਾਇਆ ਸੀ, ਉਹਦੇ ਸੱਸ ਸਹੁਰਾ ਉਹਨੂੰ ਲੈ ਕੇ ਆਏ ਡਾਕਟਰ ਕੋਲੇ। ਉਹ ਕਹਿੰਦੇ ਵੀ ਇਹਨੂੰ ਮਤਲਬ ਅਸੀਂ ਕਿਸੇ ਬਾਬਿਆਂ ਨੂੰ ਵੀ ਅਸੀਂ ਦਿਖਾ ਰਹੇ ਹਾਂ, ਜਿਵੇਂ ਆਪਣੇ ਪਿੰਡਾਂ 'ਚ ਧਾਗੇ ਤਵੀਤਾਂ ਵੱਲ ਲੋਕੀ ਪਹਿਲਾਂ ਹੋ ਜਾਂਦੇ, ਕਿ ਸਾਨੂੰ ਕਿਸੇ ਨੇ ਕਿਹਾ ਤੁਸੀਂ ਡਾਕਟਰ ਨੂੰ ਵੀ ਦਿਖਾਓ ਕਿ ਇਹਨੂੰ ਕਸਰ ਹੁੰਦੀ ਹੈ, ਇਹਨੂੰ ਦੌਰੇ ਪੈਂਦੇ ਆ, ਹੈ ਨਾ। ਤਾਂ ਉਹ ਬਾਅਦ 'ਚ ਉਹਨਾਂ ਨੇ ਡਾਕਟਰ ਨੇ ਦੱਸਿਆ, ਕਹਿੰਦੇ ਵੀ ਉਹਨੂੰ ਕੁੜੀ ਨੂੰ ਕੋਈ ਕਸਰ ਨਹੀਂ ਹੁੰਦੀ, ਕੋਈ ਦੌਰੇ ਨਹੀਂ ਪੈਂਦੇ। ਸਾਡੇ ਲੋਕਾਂ ਨੂੰ ਅਸਲ 'ਚ ਸਮਝ ਨਹੀਂ ਕਿ ਬੱਚੇ ਨੂੰ ਮਤਲਬ ਜੇ ਵਿਆਹ ਤੋਂ ਬਾਅਦ ਉਹ ਇਮੀਡੀਏਟ ਇੱਦਾਂ ਦੀਆਂ ਕੋਈ ਚੀਜ਼ਾਂ ਕਰਨ ਲੱਗਿਆ ਤਾਂ ਉਹਦਾ ਰੀਜ਼ਨ ਕੀ ਹੋ ਸਕਦਾ, ਹੈ ਨਾ। ਉਹਦਾ ਕੁੜੀ ਦਾ ਜਿਹੜਾ ਹਸਬੈਂਡ ਸੀਗਾ ਉਹ ਡਰੱਗ ਐਡਿਕਟਡ ਸੀਗਾ। ਹੋ ਸਕਦਾ ਕਿ ਉਹਨਾਂ ਨੇ, ਡਾਕਟਰ ਨੇ ਕਿਹਾ ਕਿ ਕਈ ਵਾਰੀ ਇਹ ਹੁੰਦਾ ਕਿ ਇਹਨਾਂ ਬੱਚਿਆਂ ਦਾ ਇੰਨੇ ਦਿਨਾਂ ਬਾਅਦ ਵੀ ਕੋਈ ਰਿਲੇਸ਼ਨ ਨਹੀਂ ਹੁੰਦਾ, ਜਾਂ ਫਿਰ ਕਈ ਵਾਰੀ ਮੇਲ ਬਹੁਤ ਗਲਤ ਤਰੀਕੇ ਨਾਲ ਅਬਿਊਜ਼ ਕਰਦੇ ਨੇ, ਹੈ ਨਾ, ਕੁੜੀਆਂ ਨੂੰ। ਤਾਂ ਉਹ ਕੁੜੀ ਉਸ ਸਿਚੁਏਸ਼ਨ 'ਚੋਂ ਬਚਣ ਦੀ ਮਾਰੀ ਦੌਰਿਆਂ ਦਾ ਨਾਟਕ ਕਰਨ ਲੱਗ ਗਈ, ਹੈ ਨਾ। ਤੇ ਅਸੀਂ ਮੈਂਟਲੀ ਤਾਂ ਸਮਝਦੇ ਹੀ ਨਹੀਂ। ਸਾਨੂੰ ਲੱਗਦਾ ਹੈ ਕਿ ਜਿਹਦਾ ਵਿਆਹ ਹੋ ਗਿਆ ਉਹਦਾ ਰਿਸ਼ਤਾ ਦੂਜੇ ਦਿਨ ਹੀ ਨਾਰਮਲ ਹੋ ਜਾਣਾ ਚਾਹੀਦਾ, ਨਾਰਮਲ ਉਹਨਾਂ ਦੀ ਗ੍ਰਸਤੀ ਸ਼ੁਰੂ ਹੋ ਜਾਣੀ ਚਾਹੀਦੀ ਆ। ਜੇ ਬੱਚਾ ਕਹਿ ਰਿਹਾ ਕਿ ਮੈਂ ਇਸ ਬੰਦੇ ਨਾਲ ਕੰਫਰਟੇਬਲ ਨਹੀਂ, ਤਾਂ ਅਸੀਂ ਉਹ ਸਿਚੁਏਸ਼ਨ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ। ਅਸੀਂ ਉਹਨੂੰ ਸਮਝਾਉਣ ਲੱਗ ਜਾਂਦੇ ਹਾਂ ਕਿ ਸਾਰੇ ਲੋਕਾਂ ਨਾਲ ਜ਼ਿੰਦਗੀ 'ਚ ਇਹੀ ਹੁੰਦਾ, ਵਿਆਹ ਦਾ ਜਿਹੜਾ ਬਾਅਦ ਦਾ ਸਮਾਂ ਉਹ ਐਵੇਂ ਹੀ ਹੁੰਦਾ, ਹੈ ਨਾ। ਈਵਨ ਕਿ ਮੈਨੂੰ ਲੱਗਦਾ ਕਿ ਕੋਈ ਪੇਰੈਂਟਸ ਆਪਦੀ ਕੁੜੀ ਜਿਹਦਾ ਉਹ ਵਿਆਹ ਕਰਨ ਜਾ ਰਹੇ ਉਹਨੂੰ ਪੁੱਛਦੇ ਨੇ ਕਿ ਤੂੰ ਕੰਫਰਟੇਬਲ ਹੈ ਇਸ ਚੀਜ਼ ਲਈ ਕਿ ਤੂੰ ਇੱਕ ਨਵੇਂ ਰਿਸ਼ਤੇ 'ਚ ਜਾ ਸਕਦੀ ਆ, ਜਾਂ ਫਿਜ਼ੀਕਲੀ ਤੂੰ ਮਤਲਬ ਉਸ ਚੀਜ਼ ਨੂੰ ਐਕਸੈਪਟ ਕਰ ਲੇਂਗੀ, ਹੈ ਨਾ। ਨਹੀਂ ਅਸੀਂ ਕਰਦੇ। ਸਾਨੂੰ ਲੱਗਦਾ ਕਿ ਨਹੀਂ, ਨਿਆਣਿਆਂ ਨੂੰ ਤਾਂ ਸਭ ਕੁਝ ਪਤਾ, ਅੱਜ ਕੱਲ੍ਹ ਦੇ ਨਿਆਣਿਆਂ ਨੂੰ ਸਭ ਕੁਝ ਪਤਾ, ਹੈ ਨਾ। ਮੇਲ ਬੱਚਾ ਹੈ ਜਿਹੜਾ, ਉਹਨੂੰ ਕਦੇ ਉਹਦਾ ਪਿਓ ਨਹੀਂ ਗਾਈਡ ਕਰਦਾ ਕਿਸੇ ਚੀਜ਼ ਲਈ, ਹੈ ਨਾ। ਅਤੇ ਫੀਮੇਲ ਨੂੰ ਉਹਦੀ ਮਾਂ ਨਹੀਂ ਗਾਈਡ ਕਰਦੀ। ਮਾਂ ਇਹ ਸਮਝਾਈ ਜਾਊਗੀ ਉੱਥੇ ਤੂੰ ਸਵੇਰੇ ਉੱਠਿਆ ਕਰੀ, ਉੱਥੇ ਤੂੰ ਸਾਰੇ ਕੰਮ ਕਰ ਲਿਆ ਕਰੀ, ਹੈ ਨਾ। ਉੱਥੇ ਕਿਸੇ ਨੂੰ ਜਿਹੜੇ ਘਰ 'ਚ ਬਜ਼ੁਰਗ ਹੋਣਗੇ ਉਹ ਤੇਰੇ ਮਾਂ ਪਿਓ ਵਰਗੇ ਹੀ ਹੋਣਗੇ। ਜਿਹੜੀ ਚੀਜ਼ ਜ਼ਿੰਦਗੀ 'ਚ ਸਭ ਤੋਂ ਜ਼ਰੂਰੀ ਹੈ ਕਿ ਇੱਕ ਅਚਾਨਕ ਤੁਸੀਂ ਇੱਕ ਮੁੰਡੇ ਨਾਲ ਜਾ ਕੇ ਰਹਿਣਾ ਸ਼ੁਰੂ ਕਰ ਦੇਣਾ, ਹੈ ਨਾ, ਜਾਂ ਮੁੰਡੇ ਲਈ ਅਚਾਨਕ ਇੱਕ ਕੁੜੀ ਨਾਲ ਰਹਿਣਾ ਸ਼ੁਰੂ ਕਰ ਦੇਣਾ, ਹੋ ਸਕਦਾ ਉਹ ਮੈਂਟਲੀ ਜਾਂ ਫਿਜ਼ੀਕਲੀ ਉਹਨਾਂ ਚੀਜ਼ਾਂ ਲਈ ਤਿਆਰ, ਉਹਦੇ 'ਤੇ ਅਸੀਂ ਗੱਲ ਹੀ ਨਹੀਂ ਕਰਦੇ। ਵਿਆਹ ਨੂੰ ਅਸੀਂ ਇੱਕ ਸੈਲੀਬ੍ਰੇਸ਼ਨ ਮੰਨਦੇ ਹਾਂ, ਪਰ ਆਪਾਂ ਇਹ ਨਹੀਂ ਸੋਚਦੇ ਕਿ ਇਹ ਲਾਈਫ ਦਾ ਸਭ ਤੋਂ ਵੱਡਾ ਪੁਆਇੰਟ ਜਾਂ ਸਭ ਤੋਂ ਵੱਡਾ ਹਿੱਸਾ ਹੁੰਦਾ, ਕਿੱਡਾ ਇੰਪੋਰਟੈਂਟ ਹਿੱਸਾ ਹੈ ਨਾ ਵਿਆਹ ਸਾਡੀ ਜ਼ਿੰਦਗੀ ਦਾ। ਅਤੇ ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਉਹ ਐਡਜਸਟ ਨਹੀਂ ਕਰ ਪਾ ਰਹੇ ਹੈਗੇ। ਮੰਨ ਲਓ ਕਿਸੇ ਨੇ ਇੱਕ ਕੁੜੀ ਵਿਆਹੀ ਆ ਅਤੇ ਉਹ ਕੁੜੀ ਇਕੱਲੀ ਸੀਗੀ। ਆਪਾਂ ਕਹਿੰਦੇ ਇਕੱਲੀ ਕੁੜੀ ਨਾਲ ਨਾ ਕਦੇ ਵੀ ਵਿਆਹ ਕਰਾਵੇ, ਜਿਹੜੀ ਮਤਲਬ ਮਾਂ ਬਾਪ ਦੇ ਇਕੱਲੀ ਔਲਾਦ ਹੋਵੇ। ਇਹਨਾਂ ਦੇ ਤਾਂ ਮਤਲਬ ਮਿਜਾਜ਼ ਹੀ ਹੋਰ ਹੁੰਦੇ ਨੇ, ਨਖਰੇ ਹੋਰ ਹੁੰਦੇ ਨੇ। ਅਸਲ 'ਚ ਉਹਨਾਂ ਦੇ ਨਖਰੇ ਹੋਰ ਨਹੀਂ ਹੁੰਦੇ। ਹੁਣ ਅਸੀਂ 3 ਭੈਣ ਭਰਾ ਹਾਂ, ਹੈ ਨਾ। ਸਾਨੂੰ ਆਪਸ 'ਚ ਵੰਡਣ ਦਾ ਵੀ ਪਤਾ ਆ, ਸਾਨੂੰ ਆਪਸ 'ਚ ਇਹ ਵੀ ਪਤਾ ਆ ਕਿ ਆਪਦੇ ਤੋਂ ਪਹਿਲਾਂ ਕਿਸੇ ਹੋਰ ਬਾਰੇ ਵੀ ਸੋਚੀਦਾ ਹੁੰਦਾ ਆ। ਹੁਣ ਸਾਰੀ ਜ਼ਿੰਦਗੀ ਮੰਨ ਲਓ ਕਿ ਤੁਸੀਂ ਮਾਂ ਬਾਪ ਦੀ ਇਕੱਲੀ ਔਲਾਦ ਹੋ, ਹੈ ਨਾ। ਸਾਰੀ ਜ਼ਿੰਦਗੀ ਤੁਸੀਂ ਆਪਦੇ ਬਾਰੇ ਹੀ ਸੋਚਿਆ ਹੋਊਗਾ, 25-26 ਸਾਲ ਤੁਸੀਂ ਆਪਦੇ ਬਾਰੇ ਹੀ ਸੋਚਦੇ ਆਏ। ਹਰ ਕੰਮ ਦੇ ਲਈ ਤੁਸੀਂ ਪ੍ਰਾਇਓਰਿਟੀ ਵੀ ਆਪ ਹੀ ਸੀਗੇ। ਕਿਸੇ ਵੀ ਚੀਜ਼ ਦੇ ਲਈ ਘਰ 'ਚ ਤੁਹਾਨੂੰ ਕਿਸੇ ਆਪਦੇ ਦੂਜੇ ਭੈਣ ਭਰਾ ਦੇ ਨਾਲ ਲੜਨਾ ਨਹੀਂ ਪਿਆ, ਜਾਂ ਕਿਸੇ ਇੱਕ ਚੀਜ਼ ਨੂੰ ਲੈ ਕੇ ਤੁਸੀਂ ਆਪਦੇ ਮਾਂ ਬਾਪ ਨਾਲ ਕੋਈ ਮਤਲਬ ਇਹ ਨਹੀਂ ਕਿਹਾ ਹੈਗਾ ਕਿ ਜਾ ਕੇ ਫਲਾਣੇ ਨੂੰ ਲੈਤੀ ਮੈਨੂੰ ਕਿਉਂ ਨਹੀਂ ਲੈ ਕੇ ਦਿੱਤੀ, ਹੈ ਨਾ, ਜਾਂ ਮੈਨੂੰ ਰਹਿਣ ਦਿਓ ਤੁਸੀਂ ਫਲਾਣੇ ਨੂੰ ਲੈ ਦਿਓ। ਤੁਸੀਂ 26-27 ਸਾਲ ਇਹੀ ਉਮਰ ਹੁੰਦੀ ਅੱਜ ਕੱਲ੍ਹ ਆਪਣੇ ਵਿਆਹ ਦੀ, 26-27 ਸਾਲ ਤੁਸੀਂ ਸਿਰਫ ਆਪਣੇ ਬਾਰੇ ਸੋਚਿਆ ਜ਼ਿੰਦਗੀ ਦੇ ਵਿੱਚ, ਚਾਹੇ ਉਹ ਮੁੰਡਾ ਵਾ ਚਾਹੇ ਉਹ ਕੁੜੀ ਆ ਜਿਹੜੇ ਕਿ ਸਿੰਗਲ ਚਾਈਲਡ ਹੁੰਦੇ ਨੇ, ਹੈ ਨਾ। ਤਾਂ ਉਹਨਾਂ ਨੂੰ ਭੈਣੇ ਉਹ ਜਾਂਚ ਆਉਂਦੀ ਹੋਈ ਨਹੀਂ ਹੈਗੀ, ਹੈ ਨਾ, ਵੀ ਤੁਸੀਂ ਆਪਣੇ ਤੋਂ ਪਹਿਲਾਂ ਕਿਸੇ ਬਾਰੇ ਸੋਚਣਾ ਹੁੰਦਾ। ਇਹਦੇ ਵਿੱਚ ਉਹਨਾਂ ਦਾ ਕਸੂਰ ਕੋਈ ਨਹੀਂ ਹੁੰਦਾ, ਕਿਉਂਕਿ ਉਹਨਾਂ ਦੀ ਜ਼ਿੰਦਗੀ ਹੋਈ
26 27 ਸਾਲ ਉਵੇਂ ਦੀ ਰਹੀ ਹੁੰਦੀ ਆ ਵੀ ਉਹ ਉੱਠੇ ਨੇ ਤਾਂ ਆਪਣੇ ਲਈ ਉੱਠੇ ਨੇ, ਆਪਦੀ ਮਰਜ਼ੀ ਨਾਲ ਉੱਠੇ ਨੇ, ਹੈ ਨਾ। ਘਰੇ ਕੋਈ ਵੀ ਚੀਜ਼ ਆਈ ਆ ਤਾਂ ਹਮੇਸ਼ਾ ਉਹਨਾਂ ਦੀ ਪਸੰਦ ਦੀ ਆਈ ਆ, ਹਮੇਸ਼ਾ ਉਹਨਾਂ ਨੂੰ ਪੁੱਛ ਕੇ ਆਈ ਆ। ਹੁਣ ਮੰਨ ਲਓ ਆਪਾਂ ਘਰੇ 3 ਜਾਣੇ ਆ, ਆਪਾਂ ਨੂੰ ਕਦੇ ਕੋਈ ਚੀਜ਼ ਪੁੱਛ ਕੇ ਮਿਲੀ ਸੀ? ਬਿਲਕੁਲ ਪਤਾ ਹੁੰਦਾ ਸੀ ਕਿ ਮੇਰੇ ਹਿੱਸੇ 'ਚ ਇੰਨੀ ਹੋਣੀ ਹੈ। ਤੇ ਦੂਸਰੀ ਇਹ ਹੁੰਦਾ ਸੀਗਾ ਵੀ ਤਿੰਨਾਂ ਨੂੰ ਇੱਕੋ ਜਿਹੀ ਲਿਆ ਦਿਓ, ਕਦੇ ਆਪਣੀ ਚੋਇਸ ਨਹੀਂ ਸੀ ਪੁੱਛਦੇ ਹੁੰਦੇ ਵੀ ਤੂੰ ਕੀ ਲੈਣਾ ਤੂੰ ਕੀ ਲੈਣਾ, ਹੈ ਨਾ। ਕਿਉਂਕਿ ਘਰਦਿਆਂ ਕੋਲੇ ਬਜਟ ਹੀ ਉਨਾ ਕੁ ਹੁੰਦਾ ਸੀਗਾ, ਆਪਣੀ ਅਫੋਰਡੇਬਿਲਿਟੀ ਹੋਈ ਉਨੀ ਸੀਗੀ ਕਿ ਇੱਕੋ ਜਿਹੀ ਲਿਆ ਦਿਓ, ਲੜਨਗੇ ਨਹੀਂ, ਰੌਲਾ ਨਹੀਂ ਪਾਉਣਗੇ, ਹੈ ਨਾ। ਤੇ ਨਾਲੇ ਤਿੰਨਾਂ ਨੂੰ ਇੱਕੋ ਜਿਹੀ ਚੀਜ਼ ਆ ਜਾਊਗੀ, ਮਾਂ ਬਾਪ ਨੂੰ ਕੋਈ ਟੈਨਸ਼ਨ ਨਹੀਂ ਸੀ ਹੁੰਦੀ। ਹੁਣ ਇਕੱਲੇ ਬੱਚੇ ਨੂੰ ਮਾਂ ਬਾਪ ਹਰ ਇੱਕ ਚੀਜ਼ ਪੁੱਛ ਕੇ ਕਰ ਰਿਹਾ ਵਾ। ਤਾਂ ਜਦੋਂ ਉਹ ਵਿਆਹਿਆ ਵੀ ਜਾਊਗਾ ਨਾ, ਚਾਹੇ ਮੁੰਡਾ ਚਾਹੇ ਕੁੜੀ, ਉਹਨੂੰ ਹਮੇਸ਼ਾ ਅਟੈਂਸ਼ਨ ਦੀ ਆਦਤ ਵੀ ਹੋਊਗੀ, ਉਹਨੂੰ ਹਮੇਸ਼ਾ ਸੈਲਫ ਪ੍ਰਾਇਓਰਿਟੀ ਵੀ ਰਹੂਗੀ ਕਿ ਪਹਿਲੇ ਨੰਬਰ 'ਤੇ ਮੈਂ ਆਪਣੇ ਆਪ ਨੂੰ ਰੱਖਾਂ। ਤੇ ਦੂਸਰਾ, ਉਹ ਬੰਦਾ ਕਦੇ ਵੀ ਜ਼ਿੰਦਗੀ ਦੇ ਵਿੱਚ ਕੁਝ ਵੀ ਕਰੂਗਾ, ਉਹ ਹਮੇਸ਼ਾ ਇਹੀ ਸੋਚੂਗਾ ਕਿ ਮੈਂ ਕਰ ਰਿਹਾ ਆਪਦੇ ਲਈ ਕਰ ਰਿਹਾ, ਆਪਦੇ ਅਨੁਸਾਰ ਕਰ ਰਿਹਾ। ਉਹ ਕਦੇ ਸੋਚੂਗਾ ਹੀ ਨਹੀਂਗਾ ਵੀ ਇਸ ਚੀਜ਼ ਦੇ ਨਾਲ ਦੂਜੇ ਬੰਦੇ ਨੂੰ ਵੀ ਫਰਕ ਪੈ ਸਕਦਾ ਆ, ਹੈ ਨਾ। ਸੋ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਤੁਸੀਂ ਕਿਸੇ ਦਾ ਵੀ ਇੱਦਾਂ ਦੀ ਸਿਚੁਏਸ਼ਨ 'ਚ ਵਿਆਹ ਹੁੰਦਾ ਵੀ ਕੁੜੀ ਪਿੱਛੋਂ ਇਕੱਲੀ ਸੀਗੀ, ਜਾਂ ਜਿਹੜੇ ਘਰੇ ਕੁੜੀ ਵਿਆਹ ਕੇ ਜਾ ਰਹੀ ਆ ਉਹ ਮੁੰਡਾ ਮਾਂ ਬਾਪ ਦੀ ਇਕੱਲੀ ਔਲਾਦ ਆ, ਤਾਂ ਸਾਨੂੰ ਇਹ ਵੀ ਚੀਜ਼ਾਂ ਧਿਆਨ 'ਚ ਰੱਖਣੀਆਂ ਚਾਹੀਦੀਆਂ ਨੇ, ਹੈ ਨਾ। ਵੀ ਸ਼ੇਅਰਿੰਗ ਤਾਂ ਉੱਥੇ ਹੋਊਗੀ ਵੀ ਨਹੀਂ, ਉਹਨੂੰ ਪਤਾ ਹੀ ਨਹੀਂ ਹੋਊਗਾ ਵੀ ਸ਼ੇਅਰਿੰਗ ਕੀ ਚੀਜ਼ ਹੁੰਦੀ ਹੈ, ਵੀ ਜਾਂ ਆਪਦੇ ਤੋਂ ਇਲਾਵਾ ਵੀ ਮੈਂ ਕਿਸੇ ਬਾਰੇ ਸੋਚਣਾ, ਜਾਂ ਆਪਦੇ ਤੋਂ ਪਹਿਲਾਂ ਵੀ ਮੈਨੂੰ ਕਿਸੇ ਬਾਰੇ ਸੋਚਣਾ ਪੈ ਸਕਦਾ। ਇਹਨਾਂ ਚੀਜ਼ਾਂ ਦੀ ਆਦਤ ਬਹੁਤ ਹੌਲੀ ਜਾ ਕੇ ਪੈਂਦੀ ਆ। ਅਤੇ ਕਈ ਵਾਰੀ ਉਹ ਓਨੇ ਕੁ ਟਾਈਮ 'ਚ ਰਿਸ਼ਤਾ ਇੰਨਾ ਜ਼ਿਆਦਾ ਖਰਾਬ ਹੋ ਜਾਂਦਾ, ਫਿਰ ਆਪਾਂ ਇਹ ਕਹਿਣ ਲੱਗ ਜਾਂਦੇ ਹਾਂ ਵੀ ਇਕੱਲੇ ਪੁੱਤ ਨੂੰ ਧੀ ਨਾ ਵਿਆਹੋ, ਜਾਂ ਇਕੱਲੀ ਧੀ ਕਦੇ ਵੀ ਕਿਸੇ ਦੀ ਵਿਆਹ ਕੇ ਨਾ ਲੈ ਕੇ ਆਓ, ਹੈ ਨਾ। ਗੁਰਦੀਪ ਦੇਖੋ, ਜਿਵੇਂ ਮੁੰਡਾ ਤੇ ਕੁੜੀ ਵੀ ਤਾਂ ਵਿਆਹ ਤੋਂ ਪਹਿਲਾਂ ਕਿੰਨੀ ਵਾਰ ਮਿਲਦੇ ਆ ਨਾ। ਜਿਵੇਂ ਤੁਸੀਂ ਕਿਹਾ ਕਿ ਅੱਜ ਕੱਲ ਅਰੇਂਜ ਮੈਰਿਜ 'ਚ ਵੀ ਬਹੁਤ ਵਾਰ ਲੋਕ ਮਿਲ ਲੈਂਦੇ ਆ। ਮੈਨੂੰ ਲੱਗਦਾ ਕਿ ਜਿੱਥੇ ਪਰਿਵਾਰ ਇਹ ਚੀਜ਼ਾਂ ਨਹੀਂ ਡਿਸਕਸ ਕਰਦੇ, ਉੱਥੇ ਮੁੰਡੇ ਤੇ ਕੁੜੀ ਨੂੰ ਪਹਿਲਾਂ ਕਰਨੀਆਂ ਚਾਹੀਦੀਆਂ ਨੇ, ਹੈ ਨਾ। ਮੁੰਡੇ ਨੂੰ ਬਿਲਕੁਲ ਪਤਾ ਹੋਣਾ ਚਾਹੀਦਾ ਕਿ ਜੇ ਮੈਨੂੰ ਉਮੀਦ ਹੈ ਕਿ ਕੱਲ੍ਹ ਨੂੰ ਮੇਰਾ ਲਾਈਫ ਪਾਰਟਨਰ ਮੇਰਾ ਪੂਰਾ ਘਰ ਸੰਭਾਲੇ, ਤਾਂ ਕੀ ਉਹ ਸੱਚੀ ਘਰ ਸੰਭਾਲ ਸਕਦਾ ਹੈ। ਉਹਨੂੰ ਘਰ ਦੇ ਕੰਮਾਂ 'ਚ ਜਾਂ ਬਾਕੀ ਜਿਹੜੀਆਂ ਚੀਜ਼ਾਂ ਦੀ ਉਸ ਮੁੰਡੇ ਨੂੰ ਉਮੀਦ ਆ ਕਿ ਉਹਨਾਂ ਨੂੰ ਉਸ ਕੁੜੀ ਨੂੰ ਉਸ ਚੀਜ਼ 'ਚ ਦਿਲਚਸਪੀ ਹੈ ਜਾਂ ਨਹੀਂ, ਹੈ ਨਾ। ਤੇ ਸੇਮ ਚੀਜ਼ਾਂ ਕੁੜੀ ਨੂੰ ਪੁੱਛਣੀਆਂ ਚਾਹੀਦੀਆਂ ਨੇ ਮੁੰਡੇ ਨੂੰ ਲੈ ਕੇ, ਹੈ ਨਾ। ਜਿਵੇਂ ਬਿਲਕੁਲ ਇਹ ਗੱਲ ਵੀ ਕਿ ਤੁਸੀਂ ਫਿਜ਼ੀਕਲੀ ਵੀ ਜ਼ਿੰਦਗੀ 'ਚ ਅੱਗੇ ਵੱਧ ਸਕੋਗੇ, ਉਹ ਚੀਜ਼ 'ਤੇ ਵੀ ਮੈਨੂੰ ਲੱਗਦਾ ਮੁੰਡੇ ਤੇ ਕੁੜੀ ਨੂੰ ਬਿਲਕੁਲ ਪਹਿਲਾਂ ਹੀ ਡਿਸਕਸ ਕਰਨਾ ਚਾਹੀਦਾ। ਜਿਵੇਂ ਵਿਆਹ ਤੋਂ ਪਹਿਲਾਂ ਦੋ ਪਰਿਵਾਰ ਨਾ ਦੇਣ ਲੈਣ ਦਾ ਕਰਨ ਲਈ ਮਿਲਦੇ ਨੇ, ਮੈਨੂੰ ਲੱਗਦਾ ਕਿ ਦੋਵਾਂ ਪਰਿਵਾਰਾਂ ਨੂੰ ਇਸ ਕਰਕੇ ਮਿਲਣਾ ਚਾਹੀਦਾ ਵੀ ਭਾਈ ਮੁੰਡੇ ਕੁੜੀ ਨੂੰ ਦੋਵੇਂ ਪਰਿਵਾਰ ਇਕੱਠੇ ਬਿਠਾਓ। ਤੇ ਕੁਛ ਚੀਜ਼ਾਂ ਨੇ ਜਿਹਦੇ ਕਰਕੇ ਨਾ ਕਈ ਵਾਰੀ ਪਰਿਵਾਰ ਆਪਸ 'ਚ ਵਧੀਆ ਹੁੰਦੇ ਨੇ, ਸਿਰਫ ਇੱਕੋ ਮੁੰਡੇ ਕੁੜੀ ਕਰਕੇ ਉਹਨਾਂ ਦਾ ਵੀ ਆਪਸ 'ਚ ਖਰਾਬ ਹੋ ਜਾਂਦਾ, ਹੈ ਨਾ। ਵੀ ਦੇਖੋ, ਇਹ ਤੁਹਾਡੀ ਜ਼ਿੰਦਗੀ ਆ, ਤੁਹਾਡੇ ਫੈਸਲੇ ਨੇਗੇ, ਹੈ ਨਾ। ਤੁਸੀਂ ਦੋਵਾਂ ਨੇ ਐਵੇਂ ਚੱਲਣਾ ਆ। ਜਾਂ ਕੁਛ ਚੀਜ਼ਾਂ ਨੇ ਜਿਨ੍ਹਾਂ 'ਚ ਅਸੀਂ ਦਖਲ ਕਰ ਸਕਦੇ ਹਾਂ, ਤੇ ਕੁਛ ਚੀਜ਼ਾਂ ਨੇ ਜਿਨ੍ਹਾਂ 'ਚ ਅਸੀਂ ਬਿਲਕੁਲ ਦਖਲ ਨਹੀਂ ਕਰ ਸਕਦੇ। ਇਹ ਤੁਹਾਨੂੰ ਆਪ ਨੂੰ ਹੀ ਦੇਖਣੀਆਂ ਪੈਣੀਆਂ ਨੇ। ਸਹੀ ਗੱਲ। ਜਿੱਥੇ ਆਪਾਂ ਵਿਆਹ ਤੋਂ ਪਹਿਲਾਂ ਮਿਲ ਕੇ ਤੈਅ ਕਰਦੇ ਨਾ ਵੀ ਦੇਣਾ ਲੈਣਾ ਕੀ ਆ, ਜਾਂ ਫਿਰ ਤੁਹਾਡੇ ਕਿੰਨੇ ਸੂਟ, ਸਾਡੇ ਕਿੰਨੇ ਸੂਟ, ਕਿੰਨੀਆਂ ਟੂਮਾਂ, ਨਾ। ਮੈਨੂੰ ਲੱਗਦਾ ਉਹ ਚੀਜ਼ਾਂ ਡਿਸਕਸ ਕਰਨ ਦੀ ਬਜਾਏ ਪਰਿਵਾਰਾਂ ਦੀ ਮਿਲਣੀ ਜ਼ਰੂਰ ਹੋਣੀ ਚਾਹੀਦੀ ਆ। 2-3 ਵਾਰ ਤੁਸੀਂ ਮਿਲੋ, ਤੁਹਾਨੂੰ ਸੁਭਾਅ ਦਾ ਇੱਕ ਦੂਜੇ ਦਾ ਪਤਾ ਲੱਗ ਜਾਂਦਾ ਆ, ਹੈ ਨਾ। ਮੁੰਡੇ ਕੁੜੀ ਨੂੰ ਬਿਠਾਓ, ਦੋਵੇਂ ਪਰਿਵਾਰ ਚੀਜ਼ਾਂ ਨੂੰ ਸਮਝਾਓ, ਹੈ ਨਾ। ਤੇ ਵੀ ਜੇ ਤੁਸੀਂ ਪ੍ਰੋਫੈਸ਼ਨਲੀ ਵੀ ਅੱਗੇ ਵਧਣਾ ਆ, ਵੀ ਭਾਈ ਉਹਦੇ ਨਾਲ ਪਰਿਵਾਰ ਦੀਆਂ ਵੀ ਕੁਛ ਐਕਸਪੈਕਟੇਸ਼ਨਸ ਨੇਗੀਆਂ ਤੁਹਾਡੇ ਤੋਂ, ਤੇ ਉਹ ਵੀ ਚੀਜ਼ਾਂ ਤੁਹਾਨੂੰ ਦੋਨਾਂ ਨੂੰ ਰਲ ਕੇ ਹੀ ਦੇਖਣੀਆਂ ਪੈਣਗੀਆਂ। ਗੁਰਦੀਪ, ਜਿਵੇਂ ਤੁਸੀਂ ਆਪਾਂ ਉਦੋਂ ਇੱਕ ਕਿੰਨੀ ਸੋਹਣੀ ਕਹਾਣੀ ਪੜ੍ਹੀ ਸੀ, ਚਾਬੀ, ਹੈ ਨਾ। ਮੈਨੂੰ ਲੱਗਦਾ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਇਹ ਵੀ ਮੁੱਦਾ ਹੁੰਦਾ ਕਿ ਮੁੰਡਾ ਜਾਂ ਕੁੜੀ ਦੋਵਾਂ 'ਚੋਂ ਕੋਈ ਵੀ, ਹੈ ਨਾ, ਅੱਗੇ ਆਪਦਾ ਪਰਿਵਾਰ ਵਧਾਉਣ ਲਈ ਵੀ ਤਿਆਰ ਨਹੀਂ ਹੁੰਦਾ। ਕੁੜੀਆਂ ਨਹੀਂ ਚਾਹੁੰਦੀਆਂ ਕਿ ਬਹੁਤ ਛੇਤੀ ਉਹਨਾਂ ਦੇ ਬੱਚੇ ਹੋਣ, ਜਾਂ ਮੁੰਡੇ ਨਹੀਂ ਚਾਹੁੰਦੇ ਹੁੰਦੇ ਕਿ ਉਹਨਾਂ ਦੇ ਬੱਚੇ ਹੋਣ, ਹੈ ਨਾ। ਜਾਂ ਫਿਰ ਕਈ ਵਾਰੀ ਦੋਵਾਂ 'ਚੋਂ ਇੱਕ ਹੀ ਨਹੀਂ ਸਿਰਫ ਚਾਹੁੰਦਾ ਹੁੰਦਾ ਕਿ ਮੇਰਾ ਅੱਗੇ ਪਰਿਵਾਰ ਹੋਵੇ। ਤੇ ਉੱਥੇ ਵੀ ਬਹੁਤ ਪ੍ਰੋਬਲਮਸ ਹੁੰਦੀਆਂ ਨੇ। ਮਤਲਬ ਸਾਡੇ ਬਹੁਤ ਨਜ਼ਦੀਕ ਦਾ ਇੱਕ ਪਰਿਵਾਰ ਆ, ਉੱਥੇ ਉਹਨਾਂ ਦੀ ਨੂੰਹ ਨਹੀਂ ਚਾਹੁੰਦੀ ਕਿ ਉਹਦੇ ਨਿਆਣਾ ਹੋਵੇ, ਹੈ ਨਾ। ਮਤਲਬ ਉਹ ਬਹੁਤ ਚਿੰਤਤ ਨੇ ਕਿਉਂਕਿ ਉਹਨਾਂ ਦੇ ਵੀ ਇਕੱਲਾ ਹੀ ਮੁੰਡਾ। ਤਾਂ ਅੱਜ ਕੱਲ੍ਹ ਬਹੁਤ ਸਾਰੇ ਨਿਆਣਿਆਂ ਦੇ ਦਿਮਾਗ 'ਚ ਇਹ ਚੀਜ਼ ਵੀ ਹੈ ਕਿ ਜੇ ਸਾਡਾ ਵਿਆਹ ਹੋ ਜਾਂਦਾ ਤਾਂ ਸਾਡੇ ਨਿਆਣਾ ਨਹੀਂ ਹੋਊਗਾ, ਜਾਂ ਬਹੁਤ ਛੇਤੀ ਅਸੀਂ ਨਿਆਣਾ ਨਹੀਂ ਕਰ ਸਕਦੇ, ਹੈ ਨਾ। ਤਾਂ ਉੱਥੇ ਵੀ ਫਿਰ ਜਾਂ ਤਾਂ ਪਰਿਵਾਰ ਦੀ ਵਜ੍ਹਾ ਨਾਲ ਬਹੁਤ ਸਾਰੀ ਪ੍ਰੋਬਲਮ ਹੋ ਜਾਂਦੀ ਹੈ, ਜਾਂ ਜੇ ਦੋਨਾਂ 'ਚੋਂ ਇੱਕ ਚਾਹੁੰਦਾ ਤਾਂ ਉਹਨੂੰ ਲੱਗਦਾ ਕਿ ਪਤਾ ਨਹੀਂ, ਮਤਲਬ ਉਹਨੂੰ ਇਨਸਿਕਿਉਰਿਟੀ ਹੁੰਦੀ ਹੈ ਕਿ ਇਹ ਕਿਉਂ ਨਹੀਂ ਫੈਮਿਲੀ ਨੂੰ ਅੱਗੇ, ਹੈ ਨਾ, ਵਧਾਉਣਾ ਚਾਹੁੰਦੇ। ਤਾਂ ਇਹ ਚੀਜ਼ਾਂ ਵੀ ਮੈਨੂੰ ਤਾਂ ਲੱਗਦਾ ਕਿ ਹੁਣ ਵਿਆਹ ਤੋਂ ਨਾ ਪਹਿਲਾਂ ਡਿਸਕਸ ਹੋਣੀਆਂ ਚਾਹੀਦੀਆਂ ਨੇ ਕਿ ਤੂੰ ਪੂਰੀ ਜ਼ਿੰਦਗੀ ਜੇ ਮੇਰੇ ਨਾਲ ਰਹਿਣਾ ਹੈ ਤਾਂ ਤੂੰ ਪੂਰੀ ਜ਼ਿੰਦਗੀ ਲਈ ਕੀ ਸੋਚ ਰੱਖਦੀ ਆ ਜਾਂ ਰੱਖਦਾ, ਹੈ ਨਾ। ਬਿਲਕੁਲ। ਤੇ ਆਪਾਂ ਸੱਚੀ ਨਹੀਂ ਇਹ ਕਰਦੇ। ਮੈਨੂੰ ਲੱਗਦਾ ਜਦੋਂ ਆਪਣੇ ਵਿਆਹ ਹੋਏ ਸੀ ਸ਼ਾਇਦ ਜ਼ਮਾਨਾ ਓਨਾ ਨਹੀਂ ਸੀ ਬਦਲਿਆ, ਪਰ ਫਿਰ ਵੀ ਹੁਣ ਇੰਨਾ ਕੁ ਜ਼ਿਆਦਾ ਅਗਾਂਹ ਹੋ ਗਿਆ ਕਿ ਜੇ ਤੁਸੀਂ 2 ਮਹੀਨੇ ਬਾਅਦ ਤਲਾਕ ਲੈ ਰਹੇ ਹੋ, ਤੁਸੀਂ 4 ਸਾਲ ਬਾਅਦ ਤਲਾਕ ਲੈ ਰਹੇ ਹੋ,
ਉਹਦੀ ਬਜਾਏ ਨਾ ਜਦੋਂ ਤੁਸੀਂ ਮਿਲਦੇ ਹੋ, ਅੱਛਾ ਵਰੀ ਕਿੱਥੋਂ ਖਰੀਦਣੀ ਆ, ਅੱਛਾ ਫਰਨੀਚਰ ਕਿੱਥੋਂ ਖਰੀਦਣਾ, ਅੱਛਾ ਵਿਆਹ ਤੋਂ ਬਾਅਦ ਫਿਰ ਕਿੱਥੇ ਜਾਵਾਂਗੇ, ਹੈ ਨਾ, ਇਹ ਚੀਜ਼ਾਂ ਦੀ ਬਜਾਏ ਬੈਠ ਕੇ ਪਹਿਲਾਂ ਸੈਟਲਮੈਂਟ ਹੋਣੀਆਂ ਚਾਹੀਦੀਆਂ ਨਹੀਂ ਬਿਲਕੁਲ। ਹੁਣ ਜਿਵੇਂ ਹਰ ਬੰਦੇ ਨੂੰ ਆਪਣੀ ਜ਼ਿੰਦਗੀ ਤੋਂ ਐਕਸਪੈਕਟੇਸ਼ਨ ਹੁੰਦੀ ਆ, ਉਹਦੀ ਮਤਲਬ ਇਹ ਹੁੰਦਾ ਕਿ ਮੈਂ ਚਾਹੁੰਦਾ ਕਿ ਮੇਰੀ ਵਿਆਹਤਾ ਜ਼ਿੰਦਗੀ ਅੱਗੇ ਇਹੋ ਜਿਹੀ ਹੋਵੇ, ਹੈ ਨਾ, ਜਾਂ ਮੈਂ ਇਹੋ ਜਿਹਾ ਅੱਗੇ ਪਰਿਵਾਰ ਚਾਹੁੰਦਾ। ਤਾਂ ਇਹ ਮੈਂ ਕਹਿੰਦੀ ਹਾਂ ਕਿ ਇਹ ਤਾਂ ਸਭ ਤੋਂ ਜ਼ਰੂਰੀ ਡਿਸਕਸ ਕਰਨ ਵਾਲੀ ਗੱਲ ਬਣਦੀ ਆ, ਹੈ ਨਾ, ਕਿ ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡੀ ਮੈਰਿਡ ਲਾਈਫ ਅੱਗੋਂ ਕਿਹੋ ਜਿਹੀ ਹੋਵੇ। ਹੁਣ ਇੱਕ ਇਸ ਪਾਸੇ ਨੂੰ ਸੋਚ ਰਿਹਾ, ਇੱਕ ਇਸ ਪਾਸੇ ਨੂੰ ਸੋਚ ਰਹੇ ਹੋ, ਗੱਭੇ ਕਿਵੇਂ ਆਉਣਗੇ? ਆ ਹੀ ਨਹੀਂ ਸਕਦੇ ਹੈਗੇ। ਤੇ ਆਪਣੇ ਤੇ ਵਿਆਹ ਦਾ ਚਾਅ ਇੰਨਾ ਹਾਵੀ ਹੋਇਆ ਹੁੰਦਾ, ਆਪਾਂ ਨੂੰ ਹੁੰਦਾ ਕਿ ਇੱਕ ਵਾਰੀ ਵਿਆਹ ਹੋ ਜਾਏ ਉਦੋਂ ਬਾਅਦ ਸਾਰਾ ਕੁਝ ਹੀ ਠੀਕ ਹੋ ਜਾਣਾ। ਨਹੀਂ ਠੀਕ ਹੁੰਦਾ ਹੈ ਨਾ। ਕਿੰਨੀਆਂ ਤਾਂ ਐਗਜ਼ਾਮਪਲਾਂ ਨੇ ਹੁਣ ਆਪਣੇ ਸਾਹਮਣੇ, ਹੈ ਨਾ। ਪਹਿਲਾਂ ਆਪਾਂ ਨੂੰ ਸਾਰਿਆਂ ਨੂੰ ਹੁੰਦਾ ਵੀ ਵਿਆਹ ਤੋਂ ਪਹਿਲਾਂ ਸਾਰਿਆਂ ਨੂੰ ਆਈ ਲੱਗਦਾ ਹੁੰਦਾ, ਵਿਆਹ ਤੋਂ ਬਾਅਦ ਆਪੇ ਸਾਰਾ ਕੁਝ ਠੀਕ ਹੋ ਜਾਂਦਾ, ਪਰ ਨਹੀਂ ਹੁੰਦਾ। ਜਿਹੜੀ ਸੋਚ 4 ਲਾਵਾਂ ਲੈਣ ਦੇ ਨਾਲ ਸੋਚ ਤਾਂ ਨਹੀਂ ਨਾ ਬਦਲ ਜਾਂਦੀ ਹੁੰਦੀ ਤੁਹਾਡੀ, ਨਾ ਸੋਚ ਤਾਂ ਦਿਮਾਗ ਤਾਂ ਤੁਹਾਡਾ ਉਹੀ ਰਹਿੰਦਾ ਹੈ, ਮੈਂਟੈਲਿਟੀ ਉਹੀ ਰਹਿੰਦੀ ਆ ਤੁਹਾਡੀ। ਜਿਵੇਂ ਇਸ ਵਿਸ਼ੇ ਤੇ ਨਾ ਇੱਕ ਬਹੁਤ ਜ਼ਰੂਰੀ ਚੀਜ਼ ਇਹ ਵੀ ਸੀਗੀ ਕਿ ਜਦੋਂ ਤੁਸੀਂ ਉਹਨਾਂ ਕਮੈਂਟਸ ਨੂੰ ਪੜ੍ਹਦੇ ਹੋ ਜਾਂ ਉਸ ਤੋਂ ਬਾਅਦ ਉਸ ਮੁੰਡੇ ਦੀ ਇੱਕ ਆਡੀਓ ਵਾਇਰਲ ਹੋ ਰਹੀ ਆ ਨਾ, ਤਾਂ ਉਹਨੇ ਕਿਹਾ ਕਿ ਜਿਹਨੇ ਸਾਡਾ ਰਿਸ਼ਤਾ ਕਰਵਾਇਆ ਸੀ ਉਹ ਸਾਨੂੰ ਦੋਨਾਂ ਪਰਿਵਾਰਾਂ ਨੂੰ ਜਾਣਦਾ ਸੀ ਬੰਦਾ, ਹੈ ਨਾ। ਮੈਨੂੰ ਲੱਗਦਾ ਸੱਚੀ ਵਿਆਹ 'ਚ ਜੇ ਤੁਸੀਂ ਕੋਈ ਵਿਚੋਲਾ ਵੀ ਪਾ ਰਹੇ ਹੋ ਨਾ, ਤਾਂ ਉਸ ਬੰਦੇ ਨੂੰ ਵੀ ਰਿਸ਼ਤਾ ਬਹੁਤ ਇਮਾਨਦਾਰੀ ਨਾਲ ਕਰਾਉਣਾ ਚਾਹੀਦਾ। ਕੋਈ ਵੀ ਬੰਦਾ ਇਹੋ ਜਿਹਾ ਨਹੀਂ ਹੁੰਦਾ ਜੇ ਉਹ ਉਸ ਪਰਿਵਾਰ ਨੂੰ ਜਾਣਦਾ ਤਾਂ ਉਹਨੂੰ ਪਤਾ ਨਾ ਹੋਵੇ ਕਿ ਇੱਥੇ ਮਤਲਬ ਨਿਆਣੇ ਦਾ, ਮੁੰਡੇ ਜਾਂ ਕੁੜੀ ਦਾ ਸੁਭਾਅ ਕਿਹੋ ਜਿਹਾ, ਹੈ ਨਾ। ਕਈ ਵਾਰ ਅਸੀਂ ਆਪਣੀ ਟੌਰ ਬਣਾਉਣ ਦੇ ਚੱਕਰ 'ਚ ਹੀ 2 ਬੇਮੇਲ ਜੋੜ ਨੇ ਜਿਹੜੇ ਉਹ ਜੋੜ ਦਿੰਦੇ ਆ। ਤੇ ਜੇ ਮਾਂ ਪਿਓ ਨੂੰ ਵੀ ਮੰਨ ਲਓ ਕਿ ਸੱਚੀ ਕੁੜੀ ਨੂੰ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਹੈਗੀ ਮੈਂਟਲੀ ਜਾਂ ਉਹ ਫਿਜ਼ੀਕਲੀ, ਇੱਦਾਂ ਦਾ ਕੁਛ ਨਹੀਂ ਉਹਦੇ ਦਿਮਾਗ 'ਚ, ਉਹਨੇ ਸਿਰਫ ਇੱਕ ਜਿਵੇਂ ਆਪਾਂ ਕਹਿੰਦੇ ਬੱਚਾ ਅੜਬ ਸੁਭਾਅ ਦਾ, ਹੈ ਨਾ, ਉਹਨੇ ਇਹ ਐਕਸ਼ਨ ਕਰ ਲਿਆ ਉਸ ਚੀਜ਼ 'ਤੇ, ਤਾਂ ਮੈਨੂੰ ਲੱਗਦਾ ਜੇ ਮਾਂ ਪਿਓ ਨੂੰ ਵੀ ਪਤਾ ਕਿ ਸਾਡਾ ਬੱਚਾ ਇਸ ਤਰੀਕੇ ਜਾਂ ਇਸ ਮਿਜਾਜ ਦਾ, ਤਾਂ ਉਹਨਾਂ ਨੂੰ ਵੀ ਰਿਸ਼ਤਾ ਕਰਨ ਤੋਂ ਪਹਿਲਾਂ ਬਹੁਤ ਸੋਚਣਾ ਚਾਹੀਦਾ। ਤੇ ਦੂਸਰੀ ਗੱਲ ਮੈਨੂੰ ਇਹ ਹੈ ਵੀ ਜਿਵੇਂ ਵਿਆਹ ਦੇ ਵਿੱਚ ਕਿਸੇ ਦਾ ਐਕਸਪੀਰੀਅੰਸ ਕਿਹੋ ਜਿਹਾ ਹੋ ਸਕਦਾ, ਕਿਸੇ ਦਾ ਕਿਹੋ ਜਿਹਾ, ਹੈ ਨਾ। ਜਿਵੇਂ ਆਪਾਂ ਇੱਕ ਪਹਿਲਾਂ ਗੱਲ ਦੱਸ ਰਹੇ ਸੀਗੇ ਵੀ ਇੱਕ ਕੁੜੀ ਮਤਲਬ ਉਹਦੀਆਂ ਵੱਡੀਆਂ ਭੈਣਾਂ ਵਿਆਹੀਆਂ ਹੋਈਆਂ ਸੀ। ਜਿਵੇਂ ਆਪਾਂ ਹਮੇਸ਼ਾ ਹੀ ਆਦਤ ਹੁੰਦੀ ਹੈ ਨਾ ਕਈ ਪਰਿਵਾਰਾਂ 'ਚ ਵੀ ਆ ਕੇ ਵੀ ਸੱਸ ਵੀ ਮਾੜੀ ਆ, ਨਣਦ ਵੀ ਮਾੜੀ ਆ, ਜਠਾਣੀ ਵੀ ਮਾੜੀ ਆ, ਦਰਾਣੀ। ਉਹਨੇ ਵਿਆਹ ਤੋਂ ਪਹਿਲਾਂ ਨਾ ਉਹਦੀਆਂ 3 ਭੈਣਾਂ ਤੋਂ ਇਹੋ ਜਿਹੀਆਂ ਹੀ ਗੱਲਾਂ ਸੁਣੀਆਂ ਹੋਈਆਂ ਸੀਗੀਆਂ ਵੀ ਸਹੁਰੇ ਤਾਂ ਮਾੜੇ ਹੀ ਹੁੰਦੇ ਨੇ, ਸੱਸ ਤਾਂ ਮਾੜੀ ਹੁੰਦੀ, ਨਣਦ ਤਾਂ ਮਾੜੀ ਹੁੰਦੀ ਆ। ਤਾਂ ਜਦੋਂ ਉਸ ਕੁੜੀ ਦਾ ਵਿਆਹ ਹੋਇਆ ਉਹਦੇ ਦਿਮਾਗ 'ਚ ਇੱਕ ਇਮੇਜ ਬਣ ਗਈ ਨਾ। ਜਦੋਂ ਉਹਦਾ ਵਿਆਹ ਹੋਇਆ ਤਾਂ ਮਤਲਬ ਵਿਆਹ ਤੋਂ ਦੂਜੇ ਦਿਨ ਹੀ ਉਹਦੀ ਸੱਸ ਨਾਲ ਲੜ ਪਈ ਵੀ ਤੂੰ ਤਾਂ, ਉਹ ਤਾਂ ਵਿਚਾਰੀ ਉਹਨੂੰ ਕੁਝ ਕਹਿਣ ਗਈ ਸੀ ਤੇ ਉਹ ਅੱਗੋਂ ਫੋਨ ਤੇ ਗੱਲ ਕਰ ਰਹੀ ਸੀਗੀ ਤੇ ਉਹ ਉਹਦੇ ਨਾਲ ਲੜ ਪਈ ਆਪਣੀ ਸੱਸ ਨੇ, ਕਹਿੰਦੀ ਤੂੰ ਤਾਂ ਖੜੀ ਹੋ ਕੇ ਇੱਥੇ ਮੇਰੀਆਂ ਗੱਲਾਂ ਸੁਣਦੀ। ਕਿਉਂਕਿ ਉਹਦੇ ਦਿਮਾਗ 'ਚੋਂ ਕਰੈਕਟਰ ਬਣੇ ਵਿਲਨ ਹੋਇਆ ਸੀਗਾ, ਕਿਉਂਕਿ ਘਰੇ ਹਮੇਸ਼ਾ ਗੱਲ ਹੀ ਉੱਦਾਂ ਦੀ ਹੁੰਦੀ ਸੀਗੀ ਕਿ ਜਦੋਂ ਕਿਸੇ ਭੈਣ ਨੇ ਆ ਜਾਣਾ ਜਾਂ ਉਹਦੀ ਮਾਂ ਨੇ ਕਦੇ ਵੀ ਕੋਈ ਗੱਲ ਕਰਨੀ ਤਾਂ ਇਹ ਗੱਲ ਕਰਨੀ ਵੀ ਉਹ ਮਾੜੀ, ਉਹਦੀ ਸੱਸ ਮਾੜੀ, ਉਹਦੀ ਨਣਦ ਮਾੜੀ, ਉਹਦੀ ਦਰਾਣੀ ਮਾੜੀ ਹੈ, ਜਠਾਣੀ ਮਾੜੀ ਹੈ। ਤਾਂ ਉਹਨੂੰ ਲੱਗੇ ਕਿ ਸਹੁਰੇ ਪਰਿਵਾਰ ਦੇ ਜਿੰਨੇ ਕਰੈਕਟਰ ਹੁੰਦੇ ਨੇ ਉਹ ਤੁਹਾਡੇ ਖਿਲਾਫ ਹੀ ਹੁੰਦੇ ਨੇ ਤੇ ਵਿਲਨ ਹੀ ਹੁੰਦੇ ਨੇ। ਇਹ ਵੀ ਚੀਜ਼ ਦਾ ਹਮੇਸ਼ਾ ਸਾਨੂੰ ਧਿਆਨ ਰੱਖਣਾ ਚਾਹੀਦਾ। ਹਾਲਾਂਕਿ ਉਹ ਪਰਿਵਾਰ ਬਹੁਤ ਚੰਗਾ ਸੀਗਾ ਅੱਗੋਂ, ਕਿ ਜਦੋਂ ਤੁਸੀਂ ਆਪਣੇ ਘਰੇ ਕੋਈ ਗੱਲ ਕਰ ਰਹੇ ਹੋ ਜਾਂ ਛੋਟੇ ਵੱਡੇ ਭੈਣ ਭਰਾ ਨੂੰ ਤੁਸੀਂ ਉਹਨਾਂ ਦੇ ਸਾਹਮਣੇ ਕੋਈ ਗੱਲ ਕਰ ਰਹੇ ਹੋ, ਕਿਤੇ ਤੁਸੀਂ ਇਹੋ ਜਿਹੀ ਕੋਈ ਗੱਲ ਤਾਂ ਨਹੀਂ ਕਰ ਰਹੇ ਵੀ ਉਹਦਾ ਹਲੇ ਕੋਈ ਐਕਸਪੀਰੀਅੰਸ ਨਹੀਂ ਹੋਇਆ, ਪਰ ਤੁਹਾਡੇ ਐਕਸਪੀਰੀਅੰਸ ਤੋਂ ਉਹਨੇ ਇੱਕ ਇਦਾਂ ਦੀ ਪੱਕੀ ਰਾਏ ਬਣਾ ਲਈ ਆ ਤੇ ਉਹ ਉਹਦੀ ਜ਼ਿੰਦਗੀ ਦੇ ਲਈ ਹੁਣ ਕੀ ਹੈ, ਮਤਲਬ ਕਿ ਉਹਨਾਂ ਦਾ ਡਾਈਵੋਰਸ ਹੋ ਗਿਆ ਤੇ ਉਹ ਆਪਦੇ ਪੇਕੇ ਬੈਠੀ ਆ ਤੇ ਅਗਲਾ ਕਹਿੰਦੇ ਵੀ ਸੌਰੀ ਅਸੀਂ ਤਾਂ ਨਹੀਂ ਰੱਖ ਸਕਦੇ ਇਹਨੂੰ। ਦੇਖੋ ਜਿਵੇਂ ਤੁਸੀਂ ਕਿਹਾ ਨਾ ਕਿ ਮਤਲਬ ਜਿਹਦਾ ਬੰਦੇ ਦਾ ਹਲੇ ਕੋਈ ਤਜਰਬਾ ਨਹੀਂ ਹੈ ਨਾ, ਉਹਨੂੰ ਤੁਸੀਂ ਆਪਣੀਆਂ ਇਹੋ ਜਿਹੀਆਂ ਗੱਲਾਂ ਨਾ ਦੱਸੋ। ਮੈਨੂੰ ਲੱਗਦਾ ਕਿ ਮਾਂ ਪਿਓ ਨੂੰ ਵੀ ਨਾ ਇੱਕ ਚੀਜ਼ ਹੁਣ ਬਹੁਤ ਜ਼ਰੂਰੀ ਸਮਝਣੀ ਚਾਹੀਦੀ ਹੈ ਕਿ ਜ਼ਰੂਰੀ ਨਹੀਂ ਦੁਨੀਆ ਤੇ ਹਰ ਇੱਕ ਦਾ ਵਿਆਹ ਹੋਵੇ। ਕੋਈ ਬੰਦਾ ਸਿਰਫ ਦੂਜੇ ਪਾਰਟਨਰ ਨਾਲ ਮਤਲਬ ਆਪਦੇ ਨਾਲ ਹੀ ਰਹਿ ਕੇ ਖੁਸ਼ ਰਹਿ ਸਕਦਾ, ਖੁਸ਼ ਕੋਈ ਵੀ ਬੰਦਾ ਇਕੱਲਾ ਵੀ ਰਹਿ ਸਕਦਾ, ਹੈ ਨਾ। ਪਰ ਫਿਰ ਆਪਾਂ ਉਹੋ ਜਿਹੀਆਂ ਐਗਜ਼ਾਮਪਲਾਂ ਦਿੰਦੇ ਹਾਂ ਕਿ ਦੁਨੀਆ ਦਾ ਦਸਤੂਰ ਆ, ਤੁਹਾਡਾ ਵਿਆਹ ਹੋਊਗਾ ਹੀ, ਹੈ ਨਾ। ਤੇ ਸਭ ਤੋਂ ਵੱਡੀ ਚੀਜ਼ ਹੈ ਕਿ ਕਿਸੇ ਦੇ ਨਿਆਣੇ 'ਚ ਕੋਈ ਵੀ ਪ੍ਰੋਬਲਮ ਆ, ਕਿਸੇ ਦੀ ਕੁੜੀ ਦਾ ਅੜਬ ਸੁਭਾਅ, ਉਹਨੂੰ ਕਦੀ ਜ਼ਿੰਦਗੀ 'ਚ ਨਾ ਸਿਖਾਓ ਕਿ ਕੱਲ ਨੂੰ ਤੈਨੂੰ ਸੱਸ ਨੇ ਸਿੱਧੀ ਕਰ ਲੈਣਾ, ਹੈ ਨਾ, ਤੇ ਤੇਰਾ ਹੱਲ ਹੀ ਵਿਆਹ। ਤੇ ਕਿਸੇ ਦਾ ਮੁੰਡਾ ਵਿਗੜਿਆ ਏ, ਉਹਨੂੰ ਕੋਈ ਗਲਤ ਆਦਤਾਂ ਨੇ, ਉੱਥੇ ਵੀ ਸਾਡੇ ਲੋਕਾਂ ਨੂੰ ਇਹੀ ਲੱਗਦਾ ਕਿ ਇਹਦਾ ਹੱਲ ਵਿਆਹ ਏ। ਮੈਨੂੰ ਲੱਗਦਾ ਵਿਆਹ ਤਾਂ ਤੁਸੀਂ ਕਰਕੇ ਇਹੋ ਜਿਹੀ ਵੱਡੀ ਮੁਸੀਬਤ ਸਹੇੜ ਲੈਂਦੇ ਹੋ ਜਿਹਦਾ ਤੁਹਾਨੂੰ ਅੰਦਾਜ਼ਾ ਨਹੀਂ ਹੁੰਦਾ ਕਿ ਬਾਅਦ 'ਚੋਂ ਤੁਹਾਨੂੰ ਕੀ ਕੀ ਭੁਗਤਣਾ ਪੈ ਸਕਦਾ ਨਾ। ਜੇ ਤੁਹਾਨੂੰ ਨਹੀਂ ਤਾਂ ਕੁੜੀ ਦੀ ਵਜ੍ਹਾ ਨਾਲ ਮੁੰਡੇ ਨੂੰ ਤੇ ਮੁੰਡੇ ਦੀ ਵਜ੍ਹਾ ਨਾਲ ਕੁੜੀ ਨੂੰ ਕਿੰਨਾ ਕੁਝ ਭੁਗਤਣਾ ਪੈ ਸਕਦਾ। ਤਾਂ ਸੱਚੀ ਇਹਨਾਂ ਚੀਜ਼ਾਂ ਨੂੰ ਮਤਲਬ ਸਭ ਤੋਂ ਪਹਿਲਾਂ ਇਹਨਾਂ ਬਾਰੇ ਗੱਲਬਾਤ ਹੋਣੀ ਚਾਹੀਦੀ ਹੈ। ਬਿਲਕੁਲ। ਤੇ ਜਿਵੇਂ ਜਿਹੜੀ ਇੱਕ ਪ੍ਰੋਗਰਾਮ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸੀਗੇ, ਮੈਂ ਚਾਹੁੰਦੀ ਹਾਂ ਕਿ ਉਹ ਵੀ ਆਪਾਂ ਜ਼ਰੂਰ ਸਾਂਝੀ ਕਰੀਏ ਵੀ ਜਿਵੇਂ ਇੱਕ ਸਾਡੇ ਨੋਨ 'ਚ ਇੱਕ ਲੇਡੀ ਸੀਗੀ ਤਾਂ ਉਹਨਾਂ ਦੀ ਜਿਹੜੀ ਮਦਰ ਸੀ ਉਹਨੂੰ ਉਹਦੇ ਸਹੁਰੇ ਪਰਿਵਾਰ ਤੋਂ ਇਸ ਕਰਕੇ ਲਿਆਈ ਵੀ ਇਹਦਾ ਸਹੁਰਾ ਪਰਿਵਾਰ ਇਹਦੇ ਤੋਂ ਕੰਮ ਬਹੁਤ ਕਰਾਉਂਦਾ ਆ, ਹੈ ਨਾ। ਹਾਲਾਂਕਿ ਜਦੋਂ ਪੇਕੇ ਘਰ ਸੀ ਜਾਂ ਹੁਣ ਹੈਗੀ ਵੀ ਆ ਤਾਂ ਕੰਮ ਤਾਂ ਉੱਥੇ ਵੀ ਬਹੁਤ ਕਰਦੀ ਆ, ਹੈ ਨਾ। ਪਰ ਉਹਦਾ
ਮਤਲਬ ਉਹਦਾ ਆਪਦੇ ਸਹੁਰੇ ਘਰ ਤੋਂ ਪੇਕੇ ਘਰ ਆਉਣਾ ਟੁੱਟ ਕੇ ਉਸ ਲੇਡੀ ਦੇ ਦਿਮਾਗ ਤੇ ਇੰਨਾ ਅਸਰ ਹੋਇਆ ਤੇ ਬਾਅਦ ਚੋਂ ਕਹਿਣ ਲੱਗੀ ਵੀ ਇਹਨੂੰ ਤਾਂ ਕਸਰ ਹੁੰਦੀ ਆ ਹਨਾ। ਪਰ ਜਦੋਂ ਕਿਤੇ ਵੀ ਉਹਨੂੰ ਨੇੜੇ ਤੇੜੇ ਦੇ ਪਿੰਡ ਦਾ ਕੋਈ ਟੱਕਰਦਾ ਸੀ ਜਾਂ ਆਸ ਗੁਆਂਢ ਕਿਸੇ ਦੀ ਕੋਈ ਉੱਥੇ ਰਿਸ਼ਤੇਦਾਰੀ ਆ ਤਾਂ ਹਰੇਕ ਨੂੰ ਪੁੱਛਦੀ ਹੁੰਦੀ ਸੀ ਆਪਦੇ ਘਰ ਵਾਲੇ ਦਾ ਨਾਂ ਲੈ ਕੇ ਵੀ ਤੁਸੀਂ ਉਹਨੂੰ ਦੇਖਿਆ ਕਦੇ, ਤੁਸੀਂ ਉਹਨੂੰ ਮਿਲੇ ਹੋ ਕਦੇ, ਉਹਨੂੰ ਕਹਿ ਦਿਓ ਮੈਨੂੰ ਆ ਕੇ ਲੈ ਜਾਵੇ ਹਨਾ। ਕਈ ਵਾਰੀ ਮਾਂ-ਬਾਪ ਦੀ ਗਲਤੀ ਦੇ ਨਾਲ ਬੰਦੇ ਦੀ ਇੱਕ ਤਾਂ ਲਾਈਫ ਖਰਾਬ ਹੋ ਗਈ ਤੇ ਦੂਸਰਾ ਬਾਅਦ ਚੋਂ ਇਹ ਹੋ ਗਿਆ ਵੀ ਇਹਨੂੰ ਤਾਂ ਨਾ ਕਸਰ ਹੁੰਦੀ ਆ, ਇਹ ਤਾਂ ਬੋਲਦੀ ਹੋਈ ਫਿਰੀ ਜਾਂਦੀ ਆ। ਪਰ ਕਿਸੇ ਨੇ ਇਹ ਚੀਜ਼ ਨਹੀਂ ਮਤਲਬ ਡਾਇਗਨੋਸ ਕੀਤੀ ਕਿ ਮਤਲਬ ਇਹ ਚੀਜ਼ ਨਹੀਂ ਸਮਝੀ ਹੈਗੀ ਵੀ ਯਾਰ ਇਹਨੂੰ ਕਿੰਨਾ ਵਿਰਾਗ ਹੋ ਗਿਆ ਉਸ ਚੀਜ਼ ਦਾ ਵੀ ਮੇਰਾ ਰਿਸ਼ਤਾ ਟੁੱਟ ਗਿਆ। ਸਿਰਫ ਇੱਕ ਮਾਂ ਦੀ ਗਲਤੀ ਦੀ ਵਜ੍ਹਾ ਨਾਲ ਕਿ ਸਹੁਰੇ ਤੇ ਤੋਂ ਕੰਮ ਬਹੁਤ ਕਰਵਾਉਂਦੇ ਨੇ ਕਿ ਹਨਾ ਵੀ ਜਾਂ ਤਾਂ ਤੁਸੀਂ ਕਹੋ ਵੀ ਤੁਸੀਂ ਆਪਦੀ ਨੂੰ ਆਪਦੇ ਘਰ ਜਦੋਂ ਸੀਗੀ ਤੁਹਾਡੀ ਕੁੜੀ ਵੀ ਤੁਸੀਂ ਉਹਨੂੰ ਮੰਜੇ ਤੋਂ ਪੈਰ ਨਹੀਂ ਥੱਲੇ ਲਾਉਣ ਦਿੱਤਾ। ਕਈ ਵਾਰੀ ਨਾ ਇਹ ਚੀਜ਼ਾਂ ਜਿਵੇਂ ਤੁਸੀਂ ਕਿਹਾ ਵੀ ਉਹ ਬਾਬਿਆਂ ਕੋਲ ਲੈ ਕੇ ਤੁਰ ਪਏ ਜਾਂ ਬਾਅਦ ਚੋਂ ਡਾਕਟਰਾਂ ਕੋਲੇ ਆਪਾਂ ਲੈ ਕੇ ਤੁਰੇ, ਪਰ ਕਿਸੇ ਨੇ ਇਹ ਨਹੀਂ ਪੁੱਛਿਆ ਹੈਗਾ ਉਹਨੂੰ ਕਿ ਤੈਨੂੰ ਕਿਸੇ ਗੱਲ ਦਾ ਦੁੱਖ ਆ। ਬਸ ਇਹੀ ਸਾਰੇ ਕਰੀ ਗਏ ਵੀ ਇਹ ਤਾਂ ਬੋਲਦੀ ਫਿਰੀ ਜਾਂਦੀ। ਉਹਦੇ ਤੇ ਉਹ ਚੀਜ਼ ਇੰਨੀ ਜ਼ਿਆਦਾ ਮੈਂਟਲੀ ਹਾਵੀ ਹੋ ਗਈ ਵੀ ਮੇਰਾ ਆਪਣਾ ਘਰ ਛੁੱਟ ਗਿਆ, ਪਰ ਕਹਿ ਉਹ ਸਕੀ ਨਹੀਂ ਕਿ ਮੈਂ ਉੱਥੇ ਜਾਣਾ ਵਾਪਸ ਜਾਂ ਮੈਨੂੰ ਇਸ ਚੀਜ਼ ਦਾ ਦੁੱਖ ਆ। ਜਿਵੇਂ ਹੁੰਦਾ ਨਾ ਵੀ ਅੱਜ ਤੋਂ 20-30 ਸਾਲ ਪਹਿਲਾਂ ਦੀ ਗੱਲ ਆ ਉਹ ਕਿ ਨਹੀਂ ਬੋਲਦੀਆਂ ਹੁੰਦੀਆਂ ਸੀਗੀਆਂ ਕੁੜੀਆਂ, ਮਾਂ-ਬਾਪ ਨੇ ਜਿਵੇਂ ਕਹਿਤਾ ਜਾਣਾ ਤਾਂ ਜਾਣਾ, ਨਹੀਂ ਜਾਣਾ ਤਾਂ ਨਹੀਂ ਜਾਣਾ ਹਨਾ। ਵੀ ਉਹਦੇ ਤੇ ਇੰਨਾ ਮੈਂਟਲੀ ਚੀਜ਼ਾਂ ਦਾ ਅਸਰ ਹੋ ਗਿਆ ਵੀ ਉਹ ਲੋਕਾਂ ਨੂੰ ਲੱਗਣ ਲੱਗ ਗਿਆ ਵੀ ਇਹ ਤਾਂ ਕਮਲੀ ਹੋ ਗਈ, ਇਹਦੇ ਤੇ ਤਾਂ ਮਤਲਬ ਇਹਦੇ 'ਚ ਕੁਛ ਆਉਂਦਾ, ਇਹਨੂੰ ਤਾਂ ਕਸਰ ਹੋਣ ਲੱਗ ਗਈ, ਇਹਨਾਂ ਦਾ ਤਾਂ ਘਰ ਹੀ ਐਵੇਂ ਦਾ ਵਾ, ਇਸ ਕਰਕੇ ਇਹ ਸਹੁਰਿਓਂ ਵੀ ਆ ਗਈ। ਅਸਲ ਦੇ ਵਿੱਚ ਗੱਲ ਇਹ ਸੀਗੀ ਕਿ ਉਹਨੂੰ ਉਸ ਰਿਸ਼ਤਾ ਟੁੱਟਣ ਦਾ ਬਹੁਤ ਜ਼ਿਆਦਾ ਵਿਰਾਗ ਹੋ ਗਿਆ ਸੀਗਾ ਹਨਾ। ਪਰ ਉਹ ਅੱਜ ਤੱਕ ਵੀ ਉਹ ਚੀਜ਼ ਕਿਸੇ ਨੇ ਸਮਝੀ ਹੋਈ ਨਹੀਂ ਹੈਗੀ ਵੀ ਇਹ ਸਾਡੀ ਗਲਤੀ ਸੀਗੀ। ਗੁਰਦੀਪ, ਬਲਦੇਵ ਜਿਵੇਂ ਕਈ ਵਾਰੀ ਕਿੰਨੀਆਂ ਸੋਹਣੀਆਂ ਚੀਜ਼ਾਂ ਲਿਖ ਦਿੰਦਾ ਹੁੰਦਾ ਨਾ। ਇੱਕ ਦਿਨ ਤੁਸੀਂ ਉਹਨੇ ਸ਼ਾਇਦ ਮੈਨੂੰ ਪੂਰਾ ਟਾਈਟਲ ਨਹੀਂ ਯਾਦ, ਪਰ ਉਹਨੇ ਲਿਖਿਆ ਸੀ ਕਿ ਤੁਹਾਨੂੰ ਹਰ ਚੀਜ਼ ਦਾ ਦੂਜਾ ਪਾਸਾ ਦੇਖਣ ਦੀ ਆਦਤ ਹੋਣੀ ਚਾਹੀਦੀ ਹੈ ਨਾ। ਜੋ ਤੁਹਾਨੂੰ ਸਾਹਮਣੇ ਦਿਖ ਰਿਹਾ ਉਹੀ ਪੂਰਾ ਸੱਚ ਨਹੀਂ ਹੁੰਦਾ। ਸਾਡੀ ਸੁਸਾਇਟੀ 'ਚ ਨਾ ਫਿਜ਼ੀਕਲ ਨੀਡਸ ਤੇ ਕਦੀ ਗੱਲ ਨਹੀਂ ਹੁੰਦੀ ਹੈ ਨਾ। ਤੁਸੀਂ ਦੇਖੋ ਕਿ ਇੱਕ ਉਮਰ ਆ, ਮੰਨ ਲਓ ਆਪਾਂ 15 ਸਾਲ ਦੇ ਆ, ਆਪਾਂ 18 ਸਾਲ ਦੇ ਆ ਨਾ, ਉਦੋਂ ਤੱਕ ਤੁਸੀਂ ਕਿਸੇ ਨੂੰ ਇਹੋ ਜਿਹੇ ਰਿਸ਼ਤੇ 'ਚ ਸੁੱਟ ਦੋਗੇ ਹੈ ਨਾ, ਤਾਂ ਉਹਨੂੰ ਇਹ ਚੀਜ਼ਾਂ ਬਹੁਤ ਅਨਯੂਜ਼ੁਅਲ ਲੱਗਣਗੀਆਂ। ਉਹਨੂੰ ਲੱਗੂਗਾ ਕਿ ਨਹੀਂ ਮੇਰੇ ਨਾਲ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਪਰ ਇੱਕ ਉਮਰ ਤੋਂ ਬਾਅਦ ਜਦੋਂ ਤੁਸੀਂ 20-25 ਸਾਲ ਦੇ ਹੋ ਜਾਂਦੇ ਹੋ, ਜ਼ਰੂਰੀ ਨਹੀਂ ਕਿ ਇਹਨਾਂ ਸਾਰੀਆਂ ਚੀਜ਼ਾਂ ਲਈ ਤੁਹਾਨੂੰ ਇੱਕ ਸਾਥੀ ਦੀ ਸੱਚੀ ਜ਼ਰੂਰਤ ਹੁੰਦੀ ਹੈ ਜਿਹੜਾ ਤੁਹਾਨੂੰ ਸਾਨੂੰ ਆਪ ਨੂੰ ਪਤਾ ਹੈ ਕਿ ਆਪਾਂ ਆਪਣੇ ਮਾਂ-ਪਿਓ ਨਾਲ ਜਿੰਨੀ ਦੇਰ ਮਰਜ਼ੀ ਗੱਲ ਕਰ ਲਈਏ, ਭੈਣ ਭਰਾਵਾਂ ਨਾਲ ਜਿੰਨੀ ਦੇਰ ਮਰਜ਼ੀ ਗੱਲ ਕਰ ਲਈਏ, ਪਰ ਕਿਤੇ ਨਾ ਕਿਤੇ ਆਪਾਂ ਨੂੰ ਇੱਕ ਇੱਛਾ ਹੁੰਦੀ ਹੈ ਕਿ ਮੈਂ ਕਿਸੇ ਨਾਲ ਅਲੱਗ ਤਰੀਕੇ ਦੀ ਗੱਲਬਾਤ ਕਰਾਂ ਹੈ ਨਾ। ਅਤੇ ਉਦੋਂ ਹੀ ਤੁਹਾਨੂੰ ਲੱਗਦਾ ਕਿ ਮੈਂ ਹੁਣ ਆਪਣੇ ਆਪ ਨੂੰ ਸੰਤੁਸ਼ਟੀ ਲੱਗਦੀ ਹੈ ਜਦੋਂ ਆਪਾਂ ਆਪਣੇ ਲਾਈਫ ਪਾਰਟਨਰ ਨਾਲ ਗੱਲ ਕਰਦੇ ਹਾਂ ਨਾ। ਅਤੇ ਉਹ ਹਰ ਇੱਕ ਦੀ ਜ਼ਿੰਦਗੀ ਦੇ ਇੱਕ ਐਗਜ਼ੈਕਟ ਸਹੀ ਟਾਈਮ 'ਤੇ ਉਹ ਪਾਰਟ ਬੰਦੇ ਦੀ ਜ਼ਿੰਦਗੀ 'ਚ ਆਉਣਾ ਬੇਹੱਦ ਜ਼ਰੂਰੀ ਆ। ਜਿੱਥੇ ਮਾਂ ਪਿਓ ਕੁੜੀਆਂ ਜਾਂ ਮੁੰਡਿਆਂ ਦਾ ਬਹੁਤ ਸਮੇਂ ਤੱਕ ਵੀ ਵਿਆਹ ਨਹੀਂ ਕਰਦੇ ਹੈ ਨਾ, ਜਾਂ ਫਿਰ ਬਹੁਤ ਛੋਟੀ ਏਜ ਕੁੜੀਆਂ ਦੇ ਡਿਵੋਰਸ ਹੋ ਜਾਂਦੇ ਆ, ਦੁਬਾਰਾ ਵਿਆਹ ਨਹੀਂ ਹੁੰਦੇ, ਜਾਂ ਮੁੰਡਿਆਂ ਦੇ ਹੋ ਜਾਂਦੇ ਆ, ਜਾਂ ਫਿਰ ਕਿਸੇ ਦਾ ਲਾਈਫ ਪਾਰਟਨਰ ਬਹੁਤ ਛੇਤੀ ਜ਼ਿੰਦਗੀ 'ਚੋਂ ਚਲਿਆ ਜਾਂਦਾ। ਮੈਨੂੰ ਲੱਗਦਾ ਸਾਡੀ ਸੁਸਾਇਟੀ ਕਦੀ ਉਹਨਾਂ ਲੋਕਾਂ 'ਤੇ ਧਿਆਨ ਨਹੀਂ ਦਿੰਦੀ। ਜੇ ਉਹ ਬੰਦਾ ਇੱਥੋਂ ਤੱਕ ਕਿ ਇਸ ਵਿਸ਼ੇ 'ਤੇ ਉਹ ਗੱਲ ਕਰੂਗਾ ਤਾਂ ਉਹ ਕਿੰਨਾ ਕਰੈਕਟਰਲੈਸ ਕਿਹਾ ਜਾਂਦਾ ਨਾ। ਇਹ ਤਾਂ ਤੁਸੀਂ ਛੱਡੋ, ਕਲਰਡ ਕੱਪੜੇ ਪਾਉਣੇ ਵੀ ਲੋਕਾਂ ਨੂੰ ਉਹਦੀ ਐਂ ਲੱਗਦਾ ਕਿ ਪਤਾ ਨਹੀਂ ਇਹਨੂੰ ਹੁਣ ਕਿਹੜੀ ਮਤਲਬ ਸ਼ੌਕੀਨੀ ਚੜੀ ਆ ਹੈ ਨਾ, ਹੁਣ ਇਹਨੂੰ ਕਿਹਨੂੰ ਦਿਖਾਉਣੇ ਨੇ। ਅਤੇ ਹੁਣ ਤੁਸੀਂ ਦੇਖੋ ਬਹੁਤ ਸਾਰੀਆਂ ਕੁੜੀਆਂ ਜਾਂ ਮੁੰਡੇ ਗਲਤੀਆਂ ਕਰ ਲੈਂਦੇ ਨੇ ਹੈ ਨਾ। ਜਦੋਂ ਕਿਸੇ ਦਾ ਲਾਈਫ ਪਾਰਟਨਰ ਬਹੁਤ ਲੰਮੇ ਸਮੇਂ ਤੋਂ ਵਿਦੇਸ਼ ਰਹਿੰਦਾ, ਜਾਂ ਕਈ ਇਹੋ ਜਿਹੀਆਂ ਜੋਬਸ 'ਤੇ ਨੇ ਮਤਲਬ ਲੋਕ ਹੈ ਨਾ, ਕਿ ਉਹ ਪਿੱਛੋਂ ਲਾਈਫ ਪਾਰਟਨਰ ਕੋਈ ਗਲਤੀ ਇਹੋ ਜਿਹੀ ਕਰਦਾ ਤਾਂ ਲੋਕਾਂ ਦੀ ਸੋਚ ਇਹ ਨਹੀਂ ਹੁੰਦੀ ਕਿ ਅਸੀਂ ਇਹਨੂੰ ਮੈਂਟਲੀ ਸਮਝੀਏ ਕਿ ਇਹਨੇ ਇਹ ਕਿਉਂ ਕੀਤਾ। ਲੋਕਾਂ ਦੀ ਸੋਚ ਆ ਕੇ ਇੱਕੋ ਚੀਜ਼ 'ਤੇ ਖੜਦੀ ਹੈ, ਫਿਰ ਉੱਥੇ ਜਾ ਕੇ ਭੱਦੀਆਂ ਚੀਜ਼ਾਂ ਲਿਖਦੇ ਨੇ। ਮੈਨੂੰ ਲੱਗਦਾ ਕਿ ਇਹ ਸਾਰਾ ਕੁਛ ਨਾ ਕਰਨ ਦੀ ਬਜਾਏ ਸਾਨੂੰ ਸੱਚੀ ਉਸ ਚੀਜ਼ 'ਤੇ ਧਿਆਨ ਦੇਣਾ ਚਾਹੀਦਾ ਕਿ ਇਹ ਕਿਉਂ ਹੋਇਆ। ਅਤੇ ਇਹ ਜ਼ਰੂਰੀ ਨਹੀਂ ਕਿ ਕਿਸੇ ਦੇ ਘਰੇ ਹੀ ਹੋਇਆ ਹੈ ਨਾ, ਇਹ ਕੱਲ੍ਹ ਨੂੰ ਸਾਡੇ ਘਰੇ ਵੀ ਹੋ ਸਕਦਾ। ਆਪਾਂ ਕਿਸੇ ਬੰਦੇ ਦੀ ਗਰੰਟੀ ਨਹੀਂ ਲੈਂਦੇ। ਹੁਣ ਜਿਨ੍ਹਾਂ ਲੋਕਾਂ ਨੇ ਇੱਕ ਵੀਡੀਓ ਨੂੰ ਇੰਨਾ ਜ਼ਿਆਦਾ ਵਾਇਰਲ ਕੀਤਾ, ਉੱਥੇ ਭੱਦੇ ਜਾ ਕੇ ਕਮੈਂਟ ਕੀਤੇ ਕਿ ਉਹਨਾਂ ਦੇ ਘਰੇ ਇੱਕ ਚੀਜ਼ ਕੱਲ੍ਹ ਨੂੰ ਨਹੀਂ ਹੋ ਸਕਦੀ ਹੈ। ਤੇ ਦੂਸਰੀ ਗੱਲ, ਜਿੱਥੇ ਕਿਤੇ ਕੋਈ ਇਨਸੀਡੈਂਟ ਹੋ ਗਿਆ ਤੁਸੀਂ ਉਹਨੂੰ ਉੱਥੇ ਖਤਮ ਕਰ ਦਿਓ ਹੈ ਨਾ। ਆਪਾਂ ਉੱਦਾਂ ਤਾਂ ਅਸੀਂ ਬੜੇ ਸਮਝਦਾਰ ਬਣੇ ਫਿਰਦੇ ਹਾਂ। ਕਈ ਵਾਰੀ ਤਾਂ ਲੋਕੀ ਆਪਣੇ ਵਾਲ ਖੁੱਲਿਆਂ 'ਤੇ ਵੀ ਆ ਕੇ ਥੱਲੇ ਕਮੈਂਟ ਕਰ ਦਿੰਦੇ ਨੇ ਹੈ ਨਾ। ਤਾਂ ਮੈਨੂੰ ਐਂ ਲੱਗਦਾ ਹੁੰਦਾ ਵੀ ਉਹ ਤਾਂ ਤੁਸੀਂ ਇੰਨੇ ਸਮਝਦਾਰ ਹੋ ਵੀ ਸਾਡਾ ਸੱਭਿਆਚਾਰ ਆਏ, ਅਸੀਂ ਫਲਾਣੀ ਕਮਿਊਨਿਟੀ ਨੂੰ ਤੁਸੀਂ ਬਿਲੋਂਗ ਕਰਦੇ ਹੋ, ਸਾਡੇ ਐਂ ਨਹੀਂ ਹੁੰਦਾ ਵੀ ਤੁਹਾਡੀ ਕਮਿਊਨਿਟੀ ਫਿਰ ਤੁਹਾਨੂੰ ਇਹ ਅਲਾਓ ਕਰਦੀ ਹੈ ਵੀ ਤੁਸੀਂ ਕਿਸੇ ਦੀ ਇੱਕ ਨਿੱਜੀ ਜ਼ਿੰਦਗੀ ਦੇ ਉੱਪਰ ਜਾ ਕੇ ਤੁਸੀਂ ਐਡਾ ਵੱਡਾ ਕਮੈਂਟ ਕਰ ਦਿੰਦੇ ਹੋ, ਜਿਹਨੂੰ ਪੜ੍ਹ ਕੇ ਬੰਦਾ ਡਿਪਰੈਸ ਭਾਵੇਂ ਨਾ ਹੋਇਆ ਹੋਵੇ, ਪਰ ਤੁਹਾਡਾ ਲਿਖਿਆ ਹੋਇਆ ਪੜ੍ਹ ਕੇ ਜ਼ਰੂਰ ਉਹ ਡਿਪਰੈਸ ਹੋ ਜਾਂਦਾ ਹੈ ਨਾ। ਕਿੰਨੇ ਇੱਦਾਂ ਦੇ ਕੇਸ ਹੋਏ ਨੇ। ਪਿੱਛੇ ਜਿਹੇ ਵੀ ਇੱਕ ਕੇਸ ਹੋਇਆ ਸੀਗਾ ਵੀ ਕੋਈ ਪਰਸਨ ਇੱਦਾਂ ਦਾ ਹੋਇਆ, ਕੋਈ ਉਹਦੀ ਪਰਸਨਲ ਚੀਜ਼ ਬਾਹਰ ਆ ਗਈ, ਚਲੋ ਠੀਕ ਆ,
ਨਹੀਂ, ਜਿਹੜੀ ਚੀਜ਼ ਨਹੀਂ ਹੋਣੀ ਚਾਹੀਦੀ ਉਹ ਨਹੀਂ ਹੋਣੀ ਚਾਹੀਦੀ, ਹੈ ਨਾ। ਪਰ ਆਪਾਂ ਉਹਨੂੰ ਇੰਨਾ ਡਿਸਕਸ ਕਰ ਲੈਂਦੇ ਸੋਸ਼ਲ ਮੀਡੀਆ 'ਤੇ, ਉਹਨੂੰ ਤੁਸੀਂ ਇੰਨਾ ਮਜ਼ਾਕ ਦਾ ਪਾਤਰ ਬਣਾ ਦਿੰਦੇ ਹੋ ਕਿ ਬੰਦਾ ਸੁਸਾਈਡ ਕਰਨ ਤੱਕ ਮਜਬੂਰ ਹੋ ਜਾਂਦਾ ਆ, ਹੈ ਨਾ। ਚਲੋ ਜਿਹੜੀ ਚੀਜ਼ ਉੱਥੇ ਹੋਈ, ਉਹੀ ਗੱਲ ਹੈ ਨਾ ਵੀ ਸਾਨੂੰ ਹਰ ਇੱਕ ਚੀਜ਼ ਮਸਾਲਾ ਹੀ ਲੱਗਦੀ ਆ, ਹਰ ਇੱਕ ਚੀਜ਼ ਸਾਨੂੰ ਸੋਰਸ ਆਫ ਐਂਟਰਟੇਨਮੈਂਟ ਹੀ ਲੱਗਦੀ ਆ। ਮੈਂ ਕਹਿੰਦੀ ਆ 1000 ਚੋਂ ਕਿਸੇ ਇੱਕ ਬੰਦੇ ਦੇ ਦਿਮਾਗ 'ਚ ਨਹੀਂ ਆਇਆ ਹੋਊਗਾ ਵੀ ਯਾਰ ਕੁੜੀ ਨੇ ਕਿਉਂ ਮਨਾ ਕੀਤਾ ਹੋਊਗਾ। ਅੱਜ ਦਾ ਮਤਲਬ ਬਹੁਤ ਐਡਵਾਂਸ ਟਾਈਮ ਹੋ ਗਿਆ, ਵਿਆਹ ਤੋਂ ਪਹਿਲਾਂ ਵਿਆਹ ਤੋਂ ਬਾਅਦ ਹਰ ਇੱਕ ਨੂੰ ਇੱਕ ਦੂਜੇ ਦਾ ਪਤਾ ਹੁੰਦਾ, ਮਿਲਦੇ ਗਿਲਦੇ ਨੇਗੇ, ਗੱਲਾਂ ਬਾਤਾਂ ਹੁੰਦੀਆਂ ਨੇਗੀਆਂ। ਵਿਆਹ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕ ਨੇ, 99% ਵਿਆਹ ਇੱਦਾਂ ਦੇ ਹੋ ਰਹੇ ਨੇ ਜਿੱਥੇ ਮੁੰਡਾ ਕੁੜੀ ਆਪਸ 'ਚ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਹੁੰਦੇ ਨੇ, ਪਰਿਵਾਰ ਪਹਿਲਾਂ ਤੋਂ ਜਾਣਦੇ ਨੇ। ਵੀ ਬਾਵਜੂਦ ਇਸ ਦੇ ਕੁੜੀ ਦਾ ਪਿਛਲਾ ਮਾਹੌਲ ਕੀ ਰਿਹਾ ਹੋਊਗਾ, ਪਰਿਵਾਰਿਕ ਮਾਹੌਲ ਕੀ ਰਿਹਾ ਹੋਊਗਾ, ਉਹਦੀ ਪੈਰੈਂਟਿੰਗ ਕਿੱਦਾਂ ਦੀ ਰਹੀ ਹੋਊਗੀ, ਕਿਸ ਮਾਹੌਲ 'ਚੋਂ ਪੜ੍ਹੀ ਹੋਣੀ ਹੈ, ਵੀ ਜਿਹੜੀ ਅੱਜ ਦੇ ਟਾਈਮ 'ਚ ਕੁੜੀ ਨੂੰ ਇਸ ਗੱਲ ਤੋਂ ਇੰਨਾ ਜ਼ਿਆਦਾ ਇਤਰਾਜ਼ ਹੋਇਆ। ਮੈਂ ਨਹੀਂ ਕਹਿੰਦੀ ਵੀ ਉਹਨੂੰ ਨਹੀਂ ਹੋ ਸਕਦਾ, ਪਰ ਉੱਥੇ ਅਸੀਂ ਹੋਰ ਚੀਜ਼ਾਂ ਡਿਸਕਸ ਕਰਨ ਲੱਗ ਗਏ, ਕਿੰਨੀਆਂ ਹੈ ਨਾ ਗੰਦੀਆਂ ਚੀਜ਼ਾਂ ਅਸੀਂ ਉੱਥੇ ਲਿਖਦੇ ਹਾਂ ਕਿ ਜਿਹੜੀਆਂ ਉਹੀ ਵੀ ਸੱਭਿਆਚਾਰ ਦਾ ਰੌਲਾ ਪਾਉਣ ਵਾਲੀ ਸਭ ਤੋਂ ਵੱਧ ਸੱਭਿਅਕ ਭਾਸ਼ਾ ਉੱਥੇ ਵਰਤਦੇ ਨੇ, ਹੈ ਨਾ। ਕਿਸੇ ਇੱਕ ਦੇ ਦਿਮਾਗ 'ਚ ਨਹੀਂ ਆਇਆ ਹੋਣਾ ਵੀ ਯਾਰ ਇਹਨੇ ਕਿਉਂ ਮਨਾ ਕੀਤਾ ਹੋਊਗਾ। ਗੁਰਦੀਪ, ਮਾਨਸਿਕ ਸਮੱਸਿਆ ਸਾਡੇ ਲਈ ਮੈਟਰ ਹੀ ਨਹੀਂ ਕਰਦੀ ਹੈਗੀ। ਜੇ ਕੁੜੀ ਨੇ ਇਹੋ ਜਿਹੀ ਕੋਈ ਗੱਲ ਕਰਤੀ ਤਾਂ ਲੋਕ ਕਹਿਣਗੇ ਕਿ ਇਹਦਾ ਕਿਸੇ ਹੋਰ ਨਾਲ ਹੋਏਗਾ, ਇਹਨੇ ਮਤਲਬ ਇਹ ਤਾਂ ਵਿਆਹ ਲਈ ਰਾਜੀ ਨਹੀਂ ਹੋਣੀ। ਉਹ ਸਾਡੀ ਸੂਈ ਹਮੇਸ਼ਾ ਕਿਸੇ ਹੋਰ ਨਾਲ ਹੋਏਗਾ ਤੇ ਟਿਕ ਜਾਂਦੀ ਹੈ, ਨੈਗੇਟਿਵ ਪਾਸੇ ਸਾਡੀ ਜ਼ਿਆਦਾ ਜਾਂਦੀ ਆ। ਪਰ ਆਪਾਂ ਕਿਸੇ ਦੀ ਮਾਨਸਿਕ ਸਿਹਤ ਨੂੰ ਜਾਂ ਉਹਦੀ ਸਿਚੁਏਸ਼ਨ ਕੀ ਹੋਊਗੀ ਜਾਂ ਉਹਦੀ ਹਿਸਟਰੀ ਬੈਕਗਰਾਉਂਡ ਕੀ ਹੋਊਗੀ, ਕਦੇ ਉਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ, ਹੈ ਨਾ। ਸੋ ਮੈਂ ਕਹਿੰਦੀ ਹਾਂ ਵੀ ਬਾਅਦ ਦੇ ਵਿੱਚ ਇਹ ਚੀਜ਼ਾਂ ਵਾਪਰਨ ਤਾਂ ਸੱਚੀ ਪ੍ਰੀ ਵੈਡਿੰਗ ਦੀ ਜਗ੍ਹਾ 'ਤੇ ਸਾਨੂੰ ਪ੍ਰੀ ਵੈਡਿੰਗ ਕਾਉਂਸਲਿੰਗ ਜ਼ਰੂਰ ਹੋਣੀ ਚਾਹੀਦੀ ਹੈ। ਅਤੇ ਉਹ ਇਕੱਲੇ ਮੁੰਡੇ ਜਾਂ ਕੁੜੀ ਦੀ ਨਹੀਂ ਹੋਣੀ ਚਾਹੀਦੀ, ਦੋਵਾਂ ਪਰਿਵਾਰਾਂ ਦੀ ਹੋਈ ਆਪਸ 'ਚ ਹੋਣੀ ਚਾਹੀਦੀ ਆ। ਦੋਵੇਂ ਪਰਿਵਾਰ ਇੱਕ ਦੂਜੇ ਨੂੰ, ਮੁੰਡੇ ਦਾ ਸੁਭਾਅ ਕੁੜੀ ਵਾਲੇ ਪਰਿਵਾਰ ਨੂੰ ਪਹਿਲਾਂ ਦੱਸਣਾ ਚਾਹੀਦਾ ਵੀ ਭਾਈ ਇਹਦਾ ਸੁਭਾਅ ਇੱਦਾਂ ਦਾ ਆ, ਜਾਂ ਕੁੜੀ ਵਾਲਿਆਂ ਨੂੰ ਜ਼ਰੂਰ ਮੁੰਡੇ ਵਾਲੇ ਪਰਿਵਾਰ ਨੂੰ ਇਹ ਚੀਜ਼ਾਂ ਦੱਸਣੀਆਂ ਚਾਹੀਦੀਆਂ ਨੇ ਵੀ ਭਾਈ ਤੁਹਾਡਾ ਸੁਭਾਅ ਸਾਡੀ ਕੁੜੀ ਦਾ ਇੱਦਾਂ ਦਾ ਆ, ਜਾਂ ਹਾਂ ਇੱਦਾਂ ਰਹੀ ਆ, ਇਹ ਇੱਦਾਂ ਪੜ੍ਹੀ ਆ, ਜਾਂ ਘਰ ਤੋਂ ਇੰਨਾ ਟਾਈਮ ਬਾਹਰ ਰਹੀ ਆ, ਇਹਨੂੰ ਘਰ ਦੇ ਕੰਮਾਂ ਦਾ ਹਾਲੇ ਇੰਨਾ ਨਹੀਂ ਪਤਾ ਵੀ ਤੁਸੀਂ ਕਰ ਲੂਗੇ ਸਾਰਾ, ਇਹਨੂੰ ਤੁਸੀਂ ਹੌਲੀ ਹੌਲੀ ਸਿਖਾ ਲਿਓ। ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇਗੀਆਂ ਨਾ, ਕਿਉਂਕਿ ਕੁੜੀ ਤੋਂ ਵੀ ਆਪਾਂ ਇਹੀ ਚੀਜ਼ਾਂ ਐਕਸਪੈਕਟ ਕਰਦੇ ਨਾ, ਕਿਚਨ ਦੇ ਵਿੱਚ ਪਰਫੈਕਟ ਹੋਵੇ, ਜ਼ਰੂਰੀ ਆ। ਅੱਜ ਦੇ ਟਾਈਮ 'ਚ ਮੈਂ ਕਹਿੰਦੀ ਹਾਂ ਇਕੱਲੀ ਕੁੜੀ ਦਾ ਨਹੀਂ, ਦੋਵਾਂ ਦਾ ਹੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਪਰ ਕਈ ਵਾਰੀ ਹੁਣ ਜਿਵੇਂ ਜਿਹੜੀਆਂ ਕੁੜੀਆਂ ਹੋਸਟਲ ਰਹਿ ਕੇ ਪੜ੍ਹੀਆਂ ਨੇਗੀਆਂ, ਚਾਹੇ ਪਹਿਲਾਂ ਕੰਮ ਕੀਤਾ ਵੀ ਹੋਵੇ, ਜਦੋਂ ਤੁਸੀਂ 6-7 ਸਾਲ ਘਰ ਤੋਂ ਬਾਹਰ ਰਹਿ ਜਾਂਦੇ ਹੋ, ਤੁਹਾਨੂੰ ਨਹੀਂ ਉਨੇ ਘਰ ਦੇ ਕੰਮਾਂ ਦੀ ਆਦਤ ਰਹਿੰਦੀ ਹੈਗੀ, ਹੈ ਨਾ। ਸੋ ਉਹ ਜਦੋਂ ਤੁਸੀਂ ਵਿਆਹੇ ਜਾਂਦੇ ਹੋ ਤਾਂ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਤੁਹਾਡੇ 'ਤੇ ਪੈ ਜਾਂਦੀ ਹੈ। ਤਾਂ ਉੱਥੇ ਹੌਲੀ ਹੌਲੀ ਚੀਜ਼ਾਂ ਨੂੰ ਮੈਂ ਕਹਿੰਦੀ ਹਾਂ ਥੋੜ੍ਹਾ ਸਮਾਂ ਲੈ ਕੇ ਨਾ ਐਡਜਸਟਮੈਂਟ ਕਰਨੀ ਚਾਹੀਦੀ ਆ। ਅਤੇ ਜੇ ਪਹਿਲਾਂ ਹੀ ਪਤਾ ਹੋਊਗਾ ਪਰਿਵਾਰ ਨੂੰ ਤਾਂ ਉਹ ਵੀ ਸਮਝਣਗੇ ਵੀ ਹਾਂ ਚਲੋ ਬਾਹਰ ਰਹਿ ਕੇ ਪੜ੍ਹੀ ਆ ਅਤੇ ਇਹਨੂੰ ਹਾਲੇ ਇੰਨੀਆਂ ਚੀਜ਼ਾਂ ਦੀ ਆਦਤ ਨਹੀਂ ਹੈਗੀ, ਵੀ ਹੌਲੀ ਹੌਲੀ ਸੈਟਲ ਹੋ ਜੂਗੀ। ਜਾਂ ਮੁੰਡੇ ਦੀਆਂ ਜਿਹੜੀਆਂ ਚੀਜ਼ਾਂ ਨੇਗੀਆਂ, ਜਦੋਂ ਪਹਿਲਾਂ ਹੀ ਪਤਾ ਹੋਊਗਾ ਵੀ ਮੈਨੂੰ ਇਹਨਾਂ ਚੀਜ਼ਾਂ ਨੂੰ ਟਾਈਮ ਦੇਣਾ ਪੈਣਾ ਤਾਂ ਇਹ ਸਾਡੀ ਐਡਜਸਟਮੈਂਟ ਹੋਊਗੀ, ਤਾਂ ਮੈਨੂੰ ਲੱਗਦਾ ਕਿ ਬਹੁਤ ਹੱਦ ਤੱਕ ਇਹ ਚੀਜ਼ਾਂ ਸੌਟ ਆਊਟ ਹੋ ਜਾਣਗੀਆਂ, ਵੀ ਜਿਹਦੇ ਨਾਲ ਬਾਅਦ ਚੋਂ ਵਿਆਹ ਟੁੱਟਣ ਤੱਕ ਦੀ ਨੌਬਤ ਆਉਂਦੀ ਹੈ। ਜਿਹੜੀ ਚੀਜ਼ 'ਚ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਸੱਚ ਬੋਲੇ ਜਾਣੇ ਚਾਹੀਦੇ ਨੇ, ਉਹਨੂੰ ਹੀ ਬਣਾਉਣ ਵੇਲੇ ਸਭ ਤੋਂ ਜ਼ਿਆਦਾ ਝੂਠ ਬੋਲੇ ਜਾਂਦੇ ਆ, ਹਨਾ। ਉਹ ਝੂਠ ਹਰ ਤਰ੍ਹਾਂ ਦੇ ਹੁੰਦੇ ਆ, ਸੁਭਾਅ ਬਾਰੇ, ਕੰਮਾਂ ਬਾਰੇ, ਜ਼ਮੀਨਾਂ ਜਾਇਦਾਦਾਂ ਬਾਰੇ, ਤੇ ਅਸੀਂ ਸੋਚਦੇ ਨਹੀਂ ਕਿ ਕੱਲ੍ਹ ਨੂੰ ਨਤੀਜਾ ਕੀ ਨਿਕਲੂਗਾ। ਤੇ ਮੈਨੂੰ ਤਾਂ ਲੱਗਦਾ ਕਿ ਮਤਲਬ ਆਪਾਂ ਇਹਨਾਂ ਵਿਸ਼ਿਆਂ 'ਤੇ ਬਹੁਤ ਵਾਰ ਗੱਲਾਂ ਕਰਦੇ ਹਾਂ, ਪਰ ਸੱਚੀ ਜੇ ਤੁਸੀਂ ਖੁਦ ਨਹੀਂ ਆਪਣੇ ਬੱਚਿਆਂ ਨਾਲ ਗੱਲ ਕਰ ਸਕਦੇ, ਤੁਹਾਡੇ ਮਨ 'ਚ ਝਿਜਕਾ, ਤਾਂ ਆਪਣੇ ਬੱਚੇ ਨੂੰ ਉਸ ਕਿਸੇ ਮੈਂਬਰ ਕੋਲ ਬਿਠਾਓ ਜਿਹਦੇ ਨਾਲ ਉਹ ਖੁੱਲ੍ਹ ਕੇ ਗੱਲ ਕਰ ਸਕਦਾ ਜਾਂ ਉਹ ਕਰ ਸਕਦੀ ਹੈ, ਹੈ ਨਾ। ਅਤੇ ਜੇ ਇਹ ਵੀ ਹੱਲ ਨਹੀਂ ਤਾਂ ਮੈਨੂੰ ਲੱਗਦਾ ਕੋਈ ਸ਼ਰਮ ਨਹੀਂ ਹੈਗੀ ਕਿ ਤੁਸੀਂ ਆਪਣੇ ਬੱਚੇ ਨੂੰ ਕਿਸੇ ਕਾਉਂਸਲਰ ਕੋਲੇ ਜਾਂ ਇੱਦਾਂ ਦੇ ਕਿਸੇ ਬੰਦੇ ਕੋਲੇ ਲੈ ਕੇ ਜਾ ਰਹੇ ਹੋ ਜਿਹੜਾ ਉਹਨੂੰ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਗਾਈਡ ਕਰੇ। ਤਾਂ ਮੈਨੂੰ ਲੱਗਦਾ ਆਹ ਮੁਸੀਬਤਾਂ ਜਿਹੜੀਆਂ ਇੰਨੀ ਸਾਡੀ ਸ਼ਰਮਿੰਦਗੀ ਪੂਰੀ ਮਤਲਬ ਜੱਗ ਹਸਾਈ ਹੁੰਦੀ ਹੈ, ਤਾਂ ਆਪਾਂ ਸੱਚੀ ਬਚ ਸਕਦੇ ਹਾਂ। ਬਿਲਕੁਲ ਸਹੀ ਗੱਲ। ਸੋ ਅੱਜ ਦੇ ਇਸ ਐਪੀਸੋਡ 'ਚ ਇੰਨਾ ਹੀ। ਮੈਨੂੰ ਗੁਰਦੀਪ ਨੂੰ, ਭੈਣ ਰੁਪਿੰਦਰ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ। ਅਗਲੇ ਐਪੀਸੋਡ 'ਚ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।